ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਬੇਟੇ, ਆਪਾਂ ਇੱਥੇ ਤਿਆਰੀ ਕਰ ਰਹੇ ਹਾਂ ਪੰਜਾਬ ਜੀਕੇ ਦੀ ਬਹੁਤ ਵਧੀਆ ਢੰਗ ਦੇ ਨਾਲ। ਅੱਜ ਲੈ ਕੇ ਆਏ ਹਾਂ ਨੈਕਸਟ ਪਾਰਟ। ਆਪਾਂ ਹੁਣ ਤੱਕ ਪੜ੍ਹ ਚੁੱਕੇ ਹਾਂ ਬੇਟੇ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤੱਕ, ਉਹਨਾਂ ਦੇ ਜੀਵਨ ਕਾਲ, ਉਹਨਾਂ ਦੀਆਂ ਪ੍ਰਾਪਤੀਆਂ, ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਕਾਰਨ। ਤੇ ਹੁਣ ਆਪਾਂ ਨੈਕਸਟ ਇਸ ਵੀਡੀਓ ਨੂੰ ਕੰਟੀਨਿਊ ਕਰਦੇ ਹਾਂ। ਤੇ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਬੇਟੇ, ਪੀਡੀਐਫ ਦੀ ਡਿਮਾਂਡ ਆ ਰਹੀ ਸੀਗੀ। ਮੈਂ ਤੁਹਾਡੇ ਨਾਲ ਵਾਅਦਾ ਕੀਤਾ ਪੀਡੀਐਫ ਤੁਹਾਨੂੰ ਮਿਲੂਗੀ। ਫਿਲਹਾਲ ਮੈਂ ਸੈਂਡ ਤਾਂ ਨਹੀਂ ਕਰ ਰਿਹਾ ਕਿਉਂਕਿ ਮੈਂ 10 ਦੇ 10 ਗੁਰੂ ਸਾਹਿਬਾਨ ਹੈਗੇ ਆ ਬੇਟੇ, ਉਹਨਾਂ ਦੀ ਸਿੰਗਲ ਪੀਡੀਐਫ ਬਣਾ ਕੇ ਨਾ ਤੁਹਾਨੂੰ ਉਹ ਸੈਂਡ ਕਰੂੰਗਾ, ਕਿਉਂਕਿ ਤੁਹਾਡੇ ਵਾਸਤੇ ਵੀ ਪੜ੍ਹਨਾ ਆਸਾਨ ਹੈ ਤੇ ਉਹਨੂੰ ਸੰਭਾਲਣਾ ਵੀ ਆਸਾਨ ਹੈ। ਕਿਉਂਕਿ ਮੈਂ ਜੇ ਡੇਲੀ ਪੀਡੀਐਫ ਸੈਂਡ ਕਰੂੰਗਾ, ਤੁਹਾਡੇ ਕੋਲੇ ਨੰਬਰ ਆਫ ਪੀਡੀਐਫਸ ਬਹੁਤ ਜ਼ਿਆਦਾ ਹੋ ਜਾਣਗੀਆਂ ਤੇ ਜਿਹੜਾ ਇੱਕ ਹੀ ਤੁਹਾਨੂੰ ਕੈਰੀ ਕਰਨੀਆਂ ਔਖੀਆਂ, ਸੰਭਾਲਣੀਆਂ ਵੀ ਔਖੀਆਂ। ਤਾਂ ਸਿੰਗਲ ਜਦੋਂ ਆਪਣਾ ਖਤਮ ਹੋ ਗਿਆ, ਸਾਰੇ ਗੁਰੂ ਸਾਹਿਬਾਨ ਦਾ ਜੀਵਨ ਕਾਲ ਆਪਾਂ ਪੜ੍ਹ ਲਿਆ, ਠੀਕ ਹੈ, ਜੀਵਨੀ ਪੜ੍ਹ ਲਈ, ਇਹ ਤੁਹਾਨੂੰ ਪੀਡੀਐਫ ਮਿਲ ਜਾਣਗੀਆਂ ਤੇ ਟੈਲੀਗ੍ਰਾਮ ਤੇ ਮਿਲ ਜਾਣਗੀਆਂ ਬੇਟੇ। ਇਹਦੀ ਕੋਈ ਕਾਸਟ ਨਹੀਂ ਹੈਗੀ, ਫ੍ਰੀ ਆਫ ਕਾਸਟ ਹੈ ਤੇ ਤੁਹਾਨੂੰ ਮਿਲ ਜਾਣਗੀਆਂ, ਚਿੰਤਾ ਨਾ ਕਰੋ। ਚਲੋ ਜੀ, ਲਾਸਟ ਟਾਈਮ ਤੇ ਮੈਂ ਇੱਕ ਕੁਐਸਚਨ ਦਿੱਤਾ ਸੀਗਾ ਮੈਮਰੀ ਟੈਸਟ ਵਾਸਤੇ। ਬਹੁਤੇ ਬੱਚਿਆਂ ਦੇ ਆਨਸਰ ਤਾਂ ਠੀਕ ਨੇ, ਲੇਕਿਨ ਕਾਫੀ ਬੱਚਿਆਂ ਨੇ ਆਨਸਰ ਨਹੀਂ ਕੀਤਾ। ਕਮੈਂਟ ਬਾਕਸ 'ਚ ਲਿਖਿਆ ਸੀ ਕਿ ਉਹਨਾਂ ਨੂੰ ਪਤਾ ਨਹੀਂ ਹੈਗਾ, ਜਦ ਕਿ ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਕੁਐਸਚਨ ਹੈ ਐਗਜ਼ਾਮ ਦੇ ਵਾਸਤੇ। ਚਲੋ ਦੇਖਦੇ ਹਾਂ ਜੀ ਕੁਐਸਚਨ ਹੈ ਕੀ ਸੀਗਾ। ਤੇ ਅੱਜ ਥੋੜਾ ਜਿਹਾ ਤੁਹਾਡੇ ਵਾਸਤੇ ਮੈਂ ਹੋਰ ਮਿਹਨਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਇੱਕ ਨਵੇਂ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਤੁਹਾਡਾ ਇੰਟਰਸਟ ਕ੍ਰੀਏਟ ਕਰਨ ਵਾਸਤੇ ਮੈਂ ਸਲਾਈਡਸ ਇਦਾਂ ਦੀਆਂ ਬਣਾਈਆਂ ਕਿ ਤੁਹਾਨੂੰ ਦੇਖਣ 'ਚ ਵੀ ਮਜ਼ਾ ਆਊਗਾ। ਤੁਹਾਡਾ ਇੰਟਰਸਟ ਕ੍ਰੀਏਟ ਕਰਨ ਵਾਸਤੇ ਆਪਾਂ ਥੋੜੀ ਜਿਹੀ ਹੋਰ ਮਿਹਨਤ ਕਰ ਰਹੇ ਹਾਂ। ਬਸ ਤੁਹਾਡਾ ਇੰਨਾ ਕੁ ਸਾਥ ਚਾਹੀਦਾ ਕਿ ਤੁਸੀਂ ਵੀਡੀਓ ਨੂੰ ਜਰੂਰ ਲਾਈਕ ਕਰਿਆ ਕਰੋ ਬੇਟੇ, ਸ਼ੇਅਰ ਕਰਿਆ ਕਰੋ, ਤੇ ਜਿਹੜੇ ਬੱਚੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਚਲੋ ਜੀ ਆਪਾਂ ਪੜ੍ਹਦੇ ਹਾਂ ਰਾਜੇ। ਕੁਐਸਚਨ ਕੀ ਸੀਗਾ ਆਪਣਾ? ਕੁਐਸਚਨ ਇਹ ਸੀਗਾ ਵੀ ਹੇਠ ਲਿਖਿਆਂ ਵਿੱਚੋਂ ਕਿਸ ਗੁਰੂ ਸਾਹਿਬ ਜੀ ਨੇ ਸਤੀ ਅਤੇ ਪਰਦਾ ਪ੍ਰਥਾ ਦੀ ਸਖਤ ਮਨਾਹੀ ਕੀਤੀ? ਤਾਂ ਕਿਹੜੇ ਗੁਰੂ ਸਾਹਿਬਾਨ ਜੀ ਸੀਗੇ? ਇਹਨਾਂ ਦਾ ਜਿਹੜੀ ਆਪਸ਼ਨ ਸੀਗੀ ਬੇਟੇ ਉਹ ਸੀਗੀ ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ, ਤੇ ਲਾਸਟ ਆਪਸ਼ਨ ਸੀਗੀ ਗੁਰੂ ਅਰਜਨ ਦੇਵ ਜੀ। ਤਾਂ ਤੁਸੀਂ ਸਾਰਿਆਂ ਨੇ ਵੈਸੇ ਆਨਸਰ ਕਰਤਾ ਸੀਗਾ। ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਮੈਂ ਦੱਸ ਰਿਹਾ ਰਾਜੇ, ਇਹਨਾਂ ਦਾ ਰਾਈਟ ਆਨਸਰ ਹੈਗਾ ਗੁਰੂ ਅਮਰਦਾਸ ਜੀ। ਠੀਕ ਹੈ ਜੀ, ਤਾਂ ਯਾਦ ਰੱਖ ਲਿਓ, ਬਹੁਤ ਹੀ ਵਧੀਆ ਕੁਐਸਚਨ ਹੈ ਤੇ ਵਾਰ-ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਹੁਣ ਨੈਕਸਟ ਚੱਲਦੇ ਆਪਾਂ। ਅੱਜ ਆਪਾਂ ਪੜ੍ਹਨਾ ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਲਾਸਟ ਟਾਈਮ ਆਪਾਂ ਵੀਡੀਓ 'ਚ ਡਿਸਕਸ ਕਰ ਚੁੱਕੇ ਹਾਂ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ, ਪਹਿਲੇ ਸ਼ਹੀਦ ਸਿੱਖ ਗੁਰੂ ਸੀਗੇ। ਤੇ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਟਾਈਮ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਤੇ ਬੈਠੇ ਤੇ ਇਹਨਾਂ ਦੀ ਉਮਰ ਸੀਗੀ ਲਗਭਗ 11 ਸਾਲ। 11 ਸਾਲ ਦੀ ਉਮਰ ਦੇ ਵਿੱਚ ਇਹ ਗੱਦੀ ਤੇ ਬਹਿ ਗਏ ਸੀਗੇ। ਤੇ 11 ਸਾਲ ਦੇਖਿਆ ਜਾਵੇ ਤਾਂ ਬੇਟੇ ਕੋਈ ਵੱਡੀ ਉਮਰ ਨਹੀਂ ਹੁੰਦੀ, ਬਟ ਆਪਾਂ ਆਪਣੇ ਆਪ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ। ਚਾਹੇ ਉਹ ਮਨੁੱਖੀ ਜਾਮੇ ਦੇ ਵਿੱਚ ਆਏ ਸੀਗੇ ਗੁਰੂ ਸਾਹਿਬ, ਲੇਕਿਨ ਆਪ ਅਕਾਲ ਪੁਰਖ ਸੀਗੇ। ਤਾਂ 11 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਗੱਦੀ ਨੂੰ ਕੀ ਕਰ ਲਿਆ ਸੀਗਾ? ਸੰਭਾਲ ਲਿਆ ਸੀਗਾ। ਹੁਣ ਪਹਿਲਾਂ ਆਪਾਂ ਜਨਮ ਦੀ ਗੱਲ ਕਰਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਕਾਫੀ ਕੁਐਸਚਨ ਪੁੱਛੇ ਜਾਂਦੇ ਆ। ਇਹਨਾਂ ਤੋਂ ਬੰਦੀ ਛੋੜ ਕਿਉਂ ਕਹਿੰਦੇ ਆ, ਜਾਂ ਇਹਨਾਂ ਨੇ ਮੀਰੀ ਪੀਰੀ ਤਲਵਾਰ ਕਿਉਂ ਪਹਿਨੀ ਸੀ? ਕਾਫੀ ਨੰਬਰ ਆਫ ਕੁਐਸਚਨਸ ਬਣਦੇ ਆ, ਆਪਾਂ ਸਾਰਾ ਕੁਝ ਡਿਸਕਸ ਕਰਾਂਗੇ ਵਨ ਬਾਈ ਵਨ। ਹੁਣ ਦੇਖਦੇ ਹਾਂ ਜੀ ਇਹਨਾਂ ਦਾ ਜਨਮ ਸਥਾਨ ਦੀ ਅਗਰ ਗੱਲ ਕਰੀਏ ਤਾਂ ਰਾਜੇ ਜਿਹੜਾ ਇਹਨਾਂ ਦਾ ਜਨਮ ਸਥਾਨ ਹੈਗਾ ਜੀ, ਕਹਿੰਦੇ ਵਡਾਲੀ ਨਗਰ ਹੈ, ਨੇੜੇ ਅੰਮ੍ਰਿਤਸਰ ਸਾਹਿਬ। ਠੀਕ ਹੈ ਜੀ, ਅੰਮ੍ਰਿਤਸਰ ਸਾਹਿਬ। ਦੇਖੋ ਤੁਸੀਂ ਦੇਖਿਆ ਹੋਊਗਾ ਵੀ ਗੁਰੂ ਰਾਮਦਾਸ ਜੀ ਤੋਂ ਲੈ ਕੇ ਜਿੰਨੇ ਵੀ ਗੁਰੂ ਸਾਹਿਬ ਜੀ ਆ ਰਹੇ ਨੇ ਸਾਰੇ ਅੰਮ੍ਰਿਤਸਰ ਰਹਿ ਰਹੇ ਨੇ। ਉਹਦਾ ਕਾਰਨ ਕੀ ਹੈ? ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਉਹ ਰਾਮਦਾਸ ਪਾਤਸ਼ਾਹ ਨੇ ਵਸਾਇਆ, ਤੇ ਉੱਥੇ ਹੀ ਉਹਨਾਂ ਦੇ ਜਿਹੜੇ ਅੱਗੇ ਬੇਟੇ ਹੈਗੇ ਆ ਗੁਰੂ ਅਰਜਨ ਦੇਵ ਜੀ, ਤੇ ਉਹਨਾਂ ਦੇ ਗਾਂ ਪੋਤੇ ਹੋ ਗਏ ਜੀ ਹਰਗੋਬਿੰਦ ਸਾਹਿਬ ਜੀ, ਉੱਥੇ ਹੀ ਹੋਏ ਨੇ। ਠੀਕ ਹੈ, ਅੰਮ੍ਰਿਤਸਰ ਸਾਹਿਬ ਵਿਖੇ ਹੀ ਹੋਏ ਨੇ। ਤਾਂ ਜਿਹੜਾ ਇਹ ਵਡਾਲੀ ਨਗਰ ਹੈ ਰਾਜੇ, ਇਹਨੂੰ ਅੱਜ ਕੱਲ ਗੁਰੂ ਕਾ ਵਡਾਲੀ ਗੁਰੂ ਕਾ ਵੀ ਕਹਿ ਦਿੰਦੇ ਆ। ਠੀਕ ਹੈ, ਅੱਜ ਕੱਲ ਇਹਦਾ ਨਾਮ ਕੀ ਹੈ? ਵਡਾਲੀ ਗੁਰੂ ਕਾ। ਠੀਕ ਹੈ, ਨੈਕਸਟ ਗੱਲ ਕਰਦੇ ਹਾਂ ਆਪਾਂ। ਇਸ ਤੋਂ ਬਾਅਦ ਅਗਰ ਗੱਲ ਕਰੀਏ ਇਹਨਾਂ ਦੇ ਮਾਤਾ ਪਿਤਾ ਦੀ ਗੱਲ ਕਰੀਏ ਰਾਜੇ, ਇਹਨਾਂ ਦੇ ਪਿਤਾ ਦਾ ਨਾਮ ਤੁਹਾਨੂੰ ਪਤਾ ਹੀ ਹੈ ਗੁਰੂ ਅਰਜਨ ਦੇਵ ਜੀ ਸੀਗਾ, ਤੇ ਮਾਤਾ ਦਾ ਨਾਮ ਕੀ ਸੀਗਾ? ਗੰਗਾ ਜੀ। ਤਾਂ ਤੁਹਾਨੂੰ ਮੈਂ ਲਾਸਟ ਟਾਈਮ ਦੱਸ ਕੇ ਹਟਿਆ। ਨੈਕਸਟ ਗੱਲ ਕਰਦੇ ਹਾਂ ਬੇਟੇ ਇਹਨਾਂ ਦੇ ਜੀਵਨ ਸਾਥੀ। ਤਾਂ ਇਹਨਾਂ ਦੇ 3 ਮਹਿਲ ਸੀਗੇ ਰਾਜੇ। ਰਿਸਪੈਕਟ ਵਜੋਂ ਆਪਾਂ ਮਤਲਬ ਜੀਵਨ ਸਾਥੀ ਨੂੰ ਮਹਿਲ ਕਹਿੰਦੇ ਆ। ਤੇ ਮਾਤਾ ਦਮੋਦਰੀ ਜੀ, ਮਾਤਾ ਮਰਵਾਹੀ ਜੀ, ਤੇ ਮਾਤਾ ਨਾਨਕੀ ਜੀ। ਠੀਕ ਹੈ ਜੀ, ਚਲੋ ਇਹ ਵੀ ਐਗਜ਼ਾਮ 'ਚ ਕਦੇ ਪੁੱਛਿਆ ਨਹੀਂ ਗਿਆ। ਫਿਲਹਾਲ ਆਪਾਂ ਨੈਕਸਟ ਚੱਲਦੇ ਹਾਂ। ਜੋ ਮੇਨ ਐਗਜ਼ਾਮ 'ਚ ਪੁੱਛਦੇ ਆ ਬੇਟੇ, ਉਹ ਪੁੱਛਦੇ ਕੀ ਹੈ ਉਹ ਅੱਗੇ ਜਾ ਕੇ ਤੁਹਾਨੂੰ ਮੈਂ ਦੱਸੂਗਾ। ਤੇ ਅਗਰ ਇਹਨਾਂ ਦੇ ਬੱਚਿਆਂ ਦੀ ਗੱਲ ਕਰੀਏ ਰਾਜੇ, ਗੁਰਦਿੱਤਾ ਜੀ, ਅਣੀ ਰਾਏ ਜੀ, ਸੂਰਜਮਲ ਜੀ, ਅਟਲ ਰਾਏ ਜੀ, ਤੇ ਤੇਗ ਬਹਾਦਰ ਜੀ, ਤੇ ਬੀਬੀ ਵੀਰੋ ਜੀ, ਇਹ ਇਹਨਾਂ ਦੀ ਬੇਟੀ ਸੀਗੇ। ਦੇਖੋ ਹੁਣ ਜਿਹੜੀ ਅੱਗੇ ਗੱਦੀ ਜਾਂਦੀ ਹੈ ਬੇਟੇ, ਉਹ ਗੱਦੀ ਜਾਊਗੀ ਗੁਰੂ ਹਰ ਰਾਏ ਜੀ ਨੂੰ ਜਾਊਗੀ।
ਬਟ ਗੁਰੂ ਤੇਗ ਬਹਾਦਰ ਜੀ ਨੂੰ ਗੱਦੀ ਕਿਉਂ ਨਹੀਂ ਗਈ, ਇਹਦਾ ਵੀ ਕੀ ਕਾਰਨ ਹੈ, ਤੁਹਾਨੂੰ ਮੈਂ ਸਭ ਕੁਝ ਦੱਸੂਗਾ, ਕਿਉਂਕਿ ਦੱਸਣਾ ਜ਼ਰੂਰੀ ਹੈ। ਇਹਦੇ ਨਾਲ ਤੁਹਾਨੂੰ ਇੱਕ ਚੀਜ਼ ਸਮਝ ਆ ਜਾਊਗੀ, ਤੁਹਾਡਾ ਇੰਟਰਸਟ ਕ੍ਰੀਏਟ ਹੋਊਗਾ। ਠੀਕ ਹੈ, ਇੱਕ ਕਹਾਣੀ ਨਹੀਂ ਕਹਿ ਸਕਦੇ, ਇੱਕ ਜੀਵਨ ਕਾਲ ਹੈ ਜਿਹੜਾ ਕਿ ਸੱਚਾਈ ਹੈ ਬਿਲਕੁਲ, ਬਟ ਆਪਾਂ ਇੱਕ ਕਹਾਣੀ ਵਾਂਗੂ ਤਾਂ ਪੜ੍ਹਦੇ ਹਾਂ ਆਪਾਂ ਨੂੰ ਯਾਦ ਰਹਿ ਜੇ। ਹੁਣ ਅਗਰ ਆਪਾਂ, ਚਲੋ ਵੈਸੇ ਤਾਂ ਇੰਨਾ ਡੀਪਲੀ ਜਾਣ ਦੀ ਜ਼ਰੂਰਤ ਨਹੀਂ ਹੈਗੀ, ਲੇਕਿਨ ਫਿਰ ਵੀ ਜੇ ਤੁਸੀਂ ਕਹਿੰਦੇ ਹੋ ਤੁਹਾਨੂੰ ਮੈਂ ਥੋੜਾ ਜਿਹਾ ਡੀਪਲੀ ਪੜ੍ਹਾ ਦਿੰਦਾ। ਡੀਪਲੀ ਕੀ ਹੈ ਬੇਟੇ, ਜੇ ਆਪਾਂ ਗੱਲ ਕਰੀਏ ਆਪਣੇ ਗੁਰਦਿੱਤਾ ਜੀ ਦੀ ਗੱਲ ਕਰੀਏ ਤਾਂ ਗੁਰਦਿੱਤਾ ਜੀ ਹੋ ਗਏ, ਤੇ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਅਣੀ ਰਾਏ ਜੀ ਦੀ, ਇਹ ਜਿਹੜੇ ਸੀਗੇ ਦੋਨੇ ਬੇਟੇ ਸੀਗੇ, ਇਹ ਮਾਤਾ ਦਮੋਦਰੀ ਜੀ ਦੇ ਕੁੱਖੋਂ ਹੋਏ ਸੀਗੇ, ਗੁਰਦਿੱਤਾ ਜੀ ਤੇ ਅਣੀ ਰਾਏ ਜੀ। ਜੇ ਮੈਂ ਗੱਲ ਕਰਾਂ ਰਾਜੇ ਸੂਰਜਮਲ ਜੀ ਤੇ ਆਪਣੇ ਸੂਰਜਮਲ ਦੀ ਗੱਲ ਕਰੀਏ, ਤਾਂ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਅਟਲ ਰਾਏ ਜੀ ਦੀ ਗੱਲ ਕਰੀਏ, ਤੇ ਇਸ ਤੋਂ ਇਲਾਵਾ ਠੀਕ ਹੈ, ਇਹ ਦੋਨੇ ਬੇਟੇ ਜਿਹੜੇ ਹੈਗੇ ਸੀਗੇ ਇਹ ਸੀਗੇ ਮਾਤਾ ਮਰਵਾਹੀ ਜੀ ਦੇ, ਤੇ ਬੀਬੀ ਵੀਰੋ ਜੀ ਇਹ ਵੀ ਸੀਗੇ ਮਾਤਾ ਦਮੋਦਰੀ ਜੀ ਦੇ ਕੁੱਖੋਂ। ਲਾਸਟ ਆਪਾਂ ਜਿਹੜੀ ਮੇਨ ਇੰਪੋਰਟੈਂਟ ਗੱਲ ਕਰਨੀ ਹੈ ਰਾਜੇ, ਮਾਤਾ ਨਾਨਕੀ ਜੀ ਦੇ ਕੁੱਖੋਂ ਜਿਹੜਾ ਜਨਮ ਹੋਇਆ ਉਹ ਤੇਗ ਬਹਾਦਰ ਜੀ ਦਾ ਹੋਇਆ। ਠੀਕ ਹੈ, ਮਤਲਬ ਮਾਤਾ ਨਾਨਕੀ ਦੇਖੋ ਤੁਸੀਂ ਇਤਿਹਾਸ ਦੇ ਵਿੱਚ ਜ਼ਿਕਰ ਵੀ ਜ਼ਿਆਦਾ ਮਾਤਾ ਨਾਨਕੀ ਦਾ ਹੁੰਦਾ, ਉਹਦਾ ਕਾਰਨ ਕੀ ਹੈ, ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿੱਥੋਂ ਹੋਇਆ, ਮਾਤਾ ਨਾਨਕੀ ਜੀ ਤੋਂ ਹੋਇਆ। ਹੁਣ ਗੱਦੀ ਜਿਹੜੀ ਅੱਗੇ ਜਾ ਕੇ ਜਾਂਦੀ ਹੈ ਰਾਜੇ, ਉਹ ਗੁਰਦਿੱਤਾ ਜੀ ਦੇ ਬੇਟੇ ਨੂੰ ਜਾਂਦੀ ਹੈ, ਨਾ ਕਿ ਤੇਗ ਬਹਾਦਰ ਜੀ ਨੂੰ ਜਾਂਦੀ ਹੈ। ਉਹਦਾ ਕਾਰਨ ਕੀ ਹੈ, ਉਹਦਾ ਕਾਰਨ ਇਹੀ ਹੈ ਕਿ ਜਿਹੜੇ ਗੁਰੂ ਤੇਗ ਬਹਾਦਰ ਜੀ ਸੀ ਨਾ ਬੇਟਾ, ਇਹ ਬਹੁਤ ਜ਼ਿਆਦਾ ਧਾਰਮਿਕ ਸੀਗੇ, ਅੱਤ ਦੇ ਧਾਰਮਿਕ ਬੰਦੇ ਜਿਵੇਂ ਕਹਿ ਸਕਦੇ ਆ। ਤਾਂ ਹੀ ਇਹਨਾਂ ਦੇਖੋ ਤੁਸੀਂ ਜਿੱਥੇ ਵੀ ਜਿੰਨੇ ਵੀ ਗੁਰਦੁਆਰਾ ਸਾਹਿਬ ਬਣੇ ਆ ਗੁਰੂ ਤੇਗ ਬਹਾਦਰ ਜੀ ਦੇ, ਚਾਹੇ ਤੁਸੀਂ ਆਪਣਾ ਅਨੰਦਪੁਰ ਸਾਹਿਬ ਚਲੇ ਜਾਓ, ਬਾਬਾ ਬਕਾਲੇ ਚਲੇ ਜਾਓ, ਇਹਨਾਂ ਨੇ ਹਮੇਸ਼ਾ ਮਤਲਬ ਜ਼ਮੀਨ ਦੇ ਵਿੱਚ, ਜਿਹਨੂੰ ਆਪਾਂ ਭੋਰਾ ਸਾਹਿਬ ਕਹਿ ਦਿੰਦੇ ਆ, ਭੋਰਾ ਸਾਹਿਬ ਦੇ ਵਿੱਚ ਬੈਠ ਕੇ ਇਹਨਾਂ ਨੇ ਕੀ ਕੀਤੀ ਹੈ, ਭਗਤੀ ਕੀਤੀ ਹੈ। ਕਿਉਂਕਿ ਦੇਖੋ ਬੰਦੇ ਦੀ ਨੇਚਰ ਤੋਂ ਪਤਾ ਲੱਗ ਜਾਂਦਾ ਹੈ, ਜਿਹੜਾ ਬੰਦਾ ਆਪਣੇ ਆਪ ਨੂੰ ਨੀਵਾਂ ਸਮਝਦਾ ਹੋਵੇ, ਨੀਵੇਂ ਦਾ ਮਤਲਬ ਕੀ ਹੁੰਦਾ, ਨਿਮਰਤਾ ਵਾਲਾ, ਤੇ ਇਹਨਾਂ ਨੇ ਹਮੇਸ਼ਾ ਧਰਤੀ ਤੋਂ ਕੁਝ ਫੁੱਟ ਨੀਵੇਂ ਰਹਿ ਕੇ ਹੀ ਦੇਖੋ ਭਗਤੀ ਕੀਤੀ ਹੈ। ਜਿਹੜਾ ਬੰਦਾ ਨੀਵਾਂ ਹੋ ਕੇ ਰਹਿੰਦਾ ਹੈ ਉਹੀ ਪ੍ਰਾਪਤੀਆਂ ਕਰਦਾ, ਉਹੀ ਰੱਬ ਦੇ ਅੱਗੇ ਕੀ ਹੁੰਦਾ, ਰੱਬ ਦਾ ਪਿਆਰਾ ਹੁੰਦਾ ਹੈ। ਉਹ ਕਹਿੰਦੇ ਨਾ ਕਿ ਨੀਵੇਂ ਰੁੱਖਾਂ ਨੂੰ ਹੀ ਫਲ ਲੱਗਦੇ ਆ। ਠੀਕ ਹੈ, ਤੇ ਇਸ ਕਰਕੇ ਇਹ ਨੀਵੇਂ ਸੀਗੇ, ਧਾਰਮਿਕ ਸੀਗੇ ਬਹੁਤ ਜ਼ਿਆਦਾ। ਬਟ ਤੁਸੀਂ ਜਾਣਦੇ ਹੋ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕੀ ਸੀਗੇ, ਜਿਨ੍ਹਾਂ ਨੇ ਮੀਰੀ ਪੀਰੀ ਤਲਵਾਰਾਂ ਪਹਿਨੀਆਂ ਸੀਗੀਆਂ, ਕਿਉਂਕਿ ਇਹਨਾਂ ਦੇ ਪਿਤਾ ਦਾ ਜਦੋਂ ਕੀ ਸ਼ਹੀਦੀ ਹੋਈ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਜਿਹੜਾ ਕੰਮ ਹੈ ਖਰਾਬ ਹੋ ਗਿਆ, ਹੁਣ ਇਕੱਲਾ ਮੀਰੀ ਨਾਲ ਕੰਮ ਨਹੀਂ ਚੱਲਣਾਗਾ। ਠੀਕ ਹੈ, ਪੀਰੀ ਨਾਲ ਕੰਮ ਨਹੀਂ ਚੱਲਣਾਗਾ, ਆਪਾਂ ਨੂੰ ਤਲਵਾਰ ਵੀ ਚੱਕਣੀ ਪੈਣੀ ਆ। ਇਸ ਕਰਕੇ ਜਿਹੜੇ ਗੁਰੂ ਤੇਗ ਬਹਾਦਰ ਜੀ ਸੀਗੇ ਉਹ ਬਹੁਤ ਧਾਰਮਿਕ ਸੀਗੇ, ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਵੇਂ ਕਹਿ ਲਓ ਕਿ ਉਹਨਾਂ ਦੇ ਅਨੁਕੂਲ ਨਹੀਂ ਸੀਗੇ, ਉਹਨਾਂ ਨੂੰ ਨਹੀਂ ਲੱਗਿਆ ਕਿ ਉਹਨਾਂ ਨੂੰ ਗੱਦੀ ਦਿੱਤੀ ਜਾਵੇ। ਤੇ ਜੇ ਮੈਂ ਗੱਲ ਕਰਾਂ ਇਸ ਤੋਂ ਇਲਾਵਾ, ਆਪਾਂ ਜੇ ਹੋਰ ਗੱਲ ਕਰੀਏ, ਆਪਣੇ ਜਿਹੜੇ ਸੂਰਜਮਲ ਜੀ ਹੋ ਗਏ ਆ, ਇਹ ਬਹੁਤ ਜ਼ਿਆਦਾ ਸੰਸਾਰਿਕ ਸੀਗੇ, ਤੇ ਗੁਰਦਿੱਤਾ ਜੀ ਹੋ ਗਏ, ਤੇ ਇਸ ਤੋਂ ਇਲਾਵਾ ਜਿਹੜੇ ਆਪਣੇ ਅਟਲ ਰਾਏ ਜੀ ਆ, ਇਹਨਾਂ ਦਾ ਤਾਂ ਡੈਥ ਹੀ ਹੋ ਗਈ ਸੀਗੀ। ਇਹਨਾਂ ਦੀ ਡੈਥ ਗੁਰੂ ਸਾਹਿਬ ਜੀ ਦੇ ਹੁੰਦੇ ਹੋ ਗਈ ਸੀ, ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੇ ਡੈਥ ਹੋ ਗਈ ਸੀਗੀ। ਤਾਂ ਬਚੇ ਕੌਣ ਸੀਗੇ, ਫਿਰ ਗੁਰਦਿੱਤਾ ਜੀ ਦੇ ਬੇਟੇ ਬਚੇ ਸੀ ਤੇ ਤੇਗ ਬਹਾਦਰ ਜੀ ਬਚੇ ਸੀਗੇ। ਹੁਣ ਗੁਰਦਿੱਤਾ ਜੀ ਦੇ ਬੇਟੇ ਕੌਣ ਨੇ, ਅੱਗੇ ਜਾ ਕੇ ਦੱਸੂਗਾ ਤੁਹਾਨੂੰ ਮੈਂ, ਹਰ ਰਾਏ ਜੀ, ਜਿਨ੍ਹਾਂ ਨੂੰ ਗੱਦੀ ਮਿਲਦੀ ਹੈ। ਫਿਲਹਾਲ ਦੀ ਘੜੀ ਆਪਾਂ ਇੰਨਾ ਕੁ ਡਿਸਕਸ ਕਰਾਂਗੇ, ਇਸ ਤੋਂ ਜ਼ਿਆਦਾ ਡੀਪਲੀ ਐਗਜ਼ਾਮ 'ਚ ਨਾ ਤਾਂ ਕਦੇ ਪੁੱਛਿਆ ਗਿਆ, ਨਾ ਹੀ ਪੁੱਛਿਆ ਜਾਊਗਾ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ, ਨੈਕਸਟ ਪੁਆਇੰਟ ਵੱਲ ਵਧਦੇ ਹਾਂ ਆਪਾਂ। ਨੈਕਸਟ ਪੁਆਇੰਟ ਕੀ ਕਹਿੰਦਾ ਰਾਜੇ, ਗੁਰਤਾ ਗੱਦੀ। ਗੁਰਤਾ ਗੱਦੀ ਦੇਖੋ 1606 ਦੇ ਵਿੱਚ ਬੈਠੇ ਆ ਇਹ, ਤੇ 1644 ਦੇ ਵਿੱਚ ਕੀ ਹੋ ਗਈ, ਇਹਨਾਂ ਨੇ ਜੁੱਤੀ ਸਮਾਏ ਆ। 1606 ਦੇ ਵਿੱਚ ਤੁਹਾਨੂੰ ਪਤਾ ਹੀ ਆ, ਮੈਂ ਪੜ੍ਹਾ ਕੇ ਹਟਿਆ ਤੁਹਾਨੂੰ ਪਿੱਛੇ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਜਾਂਦਾ ਹੈ ਲਾਹੌਰ ਦੇ ਵਿਖੇ। ਅੱਛਾ, ਹੁਣ ਤੁਹਾਨੂੰ ਮੈਂ ਕਮੈਂਟ ਬਾਕਸ 'ਚ ਪੁੱਛ ਵੀ ਲਵਾਂਗਾ, ਵੈਸੇ ਅੱਗੇ ਜਾ ਕੇ ਕੁਐਸਚਨ ਵੀ ਆ ਜਾਊਗਾ ਕਿ ਗੁਰੂ ਅਰਜਨ ਦੇਵ ਜੀ ਨੂੰ ਕਿਹੜੇ ਮੁਗਲ ਬਾਦਸ਼ਾਹ ਦੁਆਰਾ ਸ਼ਹੀਦ ਕੀਤਾ ਗਿਆ, ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜੇ ਤੁਹਾਨੂੰ ਪਤਾ ਹੈ, ਜੇ ਤੁਸੀਂ ਪਿਛਲੀ ਕਲਾਸ ਬਹੁਤ ਧਿਆਨ ਦੇ ਨਾਲ ਲਗਾਈ ਹੈ। ਚਲੋ ਜੀ, ਅੱਗੇ ਗੱਲ ਕਰਦੇ ਹਾਂ ਜੀ। ਹੁਣ ਆਪਾਂ ਮੇਨ ਗੱਲ ਤੁਹਾਨੂੰ ਮੈਂ ਦੱਸਦਾ, ਇੱਥੇ ਜਦੋਂ 11 ਸਾਲ ਦੀ ਉਮਰ ਦੇ ਵਿੱਚ ਇਹ ਗੱਦੀ ਤੇ ਬੈਠੇ ਆ ਨਾ, ਤਾਂ ਇਹਨਾਂ ਦੇ ਗੱਦੀ ਦਾ ਰਾਜ ਤਿਲਕ ਕਿਹਨੇ ਕੀਤਾ ਹੈ, ਤੁਸੀਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਬਾਬਾ ਬੁੱਢਾ ਜੀ ਨੇ। ਬਾਬਾ ਬੁੱਢਾ ਜੀ ਜਿਹੜੇ ਸੀਗੇ ਇਕੱਲੇ ਇਕਲੌਤੇ ਸਿੰਘ ਹੋਏ ਹੈ, ਬਾਬਾ ਬੁੱਢਾ ਜੀ ਇਕਲੌਤੇ ਸਿੰਘ ਹੋਏ ਹੈ ਜਿਹੜੇ ਕਿ 6 ਗੁਰੂ ਸਾਹਿਬਾਨ ਜੀ ਦੇ ਨਾਲ ਰਹੇ ਹੈ। ਦੇਖੋ ਕਿੰਨੇ ਨਿਮਰਤਾ ਵਾਲੇ ਬਜ਼ੁਰਗ ਸੀਗੇ, ਬਹੁਤ ਪਹੁੰਚੀ ਕਥਨੀ ਵਾਲੇ ਬਜ਼ੁਰਗ ਸੀਗੇ, ਜਿਨ੍ਹਾਂ ਨੇ ਕਦੇ ਵੀ ਆਪਦੇ ਮਨ ਦੇ ਵਿੱਚ ਆਪ ਗੁਰੂ ਬਣਨ ਬਾਰੇ ਨਹੀਂ ਸੋਚਿਆ ਗਿਆ। ਤੇ 11 ਮਤਲਬ ਕਿ 6 ਗੁਰੂ ਸਾਹਿਬਾਨ ਜੀ ਨਾਲ ਰਹੇ ਹੈ, ਤੇ 11 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੀ ਕੀਤਾ ਸੀਗਾ, ਰਾਜ ਤਿਲਕ ਲਗਾਇਆ ਸੀ। ਤੇ ਗੁਰੂ ਸਾਹਿਬ ਜੀ ਦੇ ਬਚਪਨ ਦੇ ਵਿੱਚ ਉਹਨਾਂ ਨੂੰ ਘੋੜਸਵਾਰੀ, ਤਲਵਾਰਬਾਜ਼ੀ। ਹੁਣ ਕਈਆਂ ਦੇ ਦਿਮਾਗ 'ਚ ਇਹ ਆ ਜਾਂਦਾ ਕਿ ਬਾਬਾ ਬੁੱਢਾ ਨਾਮ ਹੈ, ਕੋਈ ਧਾਰਮਿਕ ਜ਼ਿਆਦਾ ਧਾਰਮਿਕ ਬੰਦਾ ਹੋਊਗਾ, ਸਿਰਫ ਗੁਰੂ ਘਰ 'ਚ ਸੇਵਾ ਕਰਨ ਵਾਲਾ ਬੰਦਾ ਹੋਊਗਾ। ਨਹੀਂ, ਉਹਨਾਂ ਨੂੰ ਤਲਵਾਰਬਾਜ਼ੀ ਵੀ ਬਹੁਤ ਵਧੀਆ ਆਉਂਦੀ ਸੀਗੀ। ਠੀਕ ਹੈ, ਉਹਨਾਂ ਨੂੰ ਰਾਜ ਕਰਨ ਦੇ ਗੁਣ ਵੀ ਬਹੁਤ ਚੰਗੇ ਸੀਗੇ। ਤਾਂ ਕਰਕੇ ਜਿਹੜੀ ਮੁੱਢਲੀ ਵਿੱਦਿਆ ਹੈਗੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਉਹ ਬਾਬਾ ਬੁੱਢਾ ਜੀ ਨੇ ਤਲਵਾਰਬਾਜ਼ੀ, ਘੋੜਸਵਾਰੀ ਸਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿਖਾਈ ਸੀਗੀ।
ਤੇ ਨਾਲ ਜਿਹੜੀ ਧਾਰਮਿਕ ਗਿਆਨ ਦਿੱਤਾ ਉਹ ਭਾਈ ਗੁਰਦਾਸ ਜੀ ਨੇ, ਕਿਹਨਾਂ ਨੂੰ? ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਤਾਂ ਇਹ ਮੁੱਢਲੇ ਗੁਰੂ ਰਹੇ ਨੇ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਠੀਕ ਹੈ, ਘੋੜਸਵਾਰੀ ਤਲਵਾਰਬਾਜ਼ੀ ਸਿਖਾਉਣ ਦੇ ਵਿੱਚ। ਇਸ ਤੋਂ ਬਾਅਦ ਅਗਰ ਆਪਾਂ ਨੈਕਸਟ ਪੁਆਇੰਟ ਦੀ ਗੱਲ ਕਰਦੇ ਹਾਂ, ਨੈਕਸਟ ਪੁਆਇੰਟ ਜਿਹੜਾ ਮੈਂ ਸਭ ਤੋਂ ਮੋਸਟ ਇੰਪੋਰਟੈਂਟ ਪੁਆਇੰਟ ਹੈ ਬੇਟੇ, ਉਹ ਪਹਿਲਾਂ ਮੈਂ ਰੇਜ਼ ਕਰ ਲਾਂ, ਕਿਉਂਕਿ ਅਗਲਾ ਪੁਆਇੰਟ ਬਹੁਤ ਮਹੱਤਵਪੂਰਨ ਹੈ, ਜਿੱਥੋਂ ਲਗਭਗ ਹਰ ਇੱਕ ਪੇਪਰ ਦੇ ਵਿੱਚ ਕੁਐਸਚਨ ਵੇਖਣ ਨੂੰ ਮਿਲੂਗਾ। ਅਕਾਲ ਤਖਤ ਸਾਹਿਬ, ਹੁਣ ਤੁਹਾਨੂੰ ਮੈਂ ਪੜ੍ਹਾ ਕੇ ਹਟਿਆ ਬੇਟੇ ਹਰਿਮੰਦਰ ਸਾਹਿਬ। ਲਾਸਟ ਟਾਈਮ ਮੈਂ ਪੜ੍ਹਾ ਕੇ ਹਟਿਆ ਸੀ ਤੁਹਾਨੂੰ, ਹਰਿਮੰਦਰ ਸਾਹਿਬ ਪੜ੍ਹਾਇਆ ਸੀ ਨਾ ਸਾਰਿਆਂ ਨੂੰ। ਹਰਿਮੰਦਰ ਸਾਹਿਬ ਦੀ ਰਚਨਾ ਕਿਹਨੇ ਕੀਤੀ, ਨਿਰਮਾਣ ਕਿਹਨੇ ਕੀਤਾ ਸੀਗਾ? ਗੁਰੂ ਰਾਮਦਾਸ ਜੀ ਨੇ ਕੀਤਾ ਸੀ। ਹਰਿਮੰਦਰ ਸਾਹਿਬ ਦੀ ਜਿਹੜੀ ਦਰਸ਼ਨ ਡਿਊੜੀ ਹੈ, ਉਹਦੇ ਸਾਹਮਣੇ ਕੀ ਹੈ, ਇੱਕ ਬਿਲਡਿੰਗ ਉਸਾਰੀ ਗਈ ਹੈ। ਉਸ ਬਿਲਡਿੰਗ ਨੂੰ ਕੀ ਕਹਿੰਦੇ ਰਾਜੇ? ਅਕਾਲ ਤਖਤ ਸਾਹਿਬ। ਕਿਉਂਕਿ ਤੁਹਾਨੂੰ ਪਤਾ ਹੀ ਹੈ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ 2 ਤਲਵਾਰਾਂ ਪਾਈਆਂ ਸੀਗੀਆਂ, ਤਾਂ ਇਹਨਾਂ ਨੇ ਕਿਹਾ ਸੀ ਸਿੱਖਾਂ ਨੂੰ ਭਗਤੀ ਦੇ ਨਾਲ ਨਾਲ ਕੀ ਕਰਨਾ ਪਊਗਾ? ਰਾਜ ਵੀ ਕਰਨਾ ਪਊਗਾ। ਤਾਂ ਰਾਜ ਕਰਨ ਵਾਸਤੇ ਤਖਤ ਚਾਹੀਦਾ ਹੈ, ਤਾਂ ਇਹਨਾਂ ਨੇ ਅਕਾਲ ਤਖਤ, ਅਕਾਲ ਦਾ ਮਤਲਬ ਕੀ ਹੁੰਦਾ? ਰੱਬ ਦਾ ਤਖਤ। ਕਿਉਂਕਿ ਆਪਾਂ ਸਾਰੇ ਕੀ ਆ? ਕਾਲ ਦੇ ਅੰਡਰ ਆ। ਆਪਾਂ ਜੇ ਜੰਮੇ ਆਪਾਂ ਮਾਰ ਹੀ ਜਾਣਾ, ਪਰ ਇੱਕੋ ਇੱਕ ਪਰਮਾਤਮਾ ਇਹੋ ਜਿਹੀ ਚੀਜ਼ ਹੈ ਜਿਹੜਾ ਕਿ ਅਕਾਲ ਹੈ, ਕਾਲ ਤੋਂ ਰਹਿਤ ਹੈ, ਉਹਨੂੰ ਕੋਈ ਮਾਰ ਨਹੀਂ ਸਕਦਾ, ਨਾ ਉਹ ਜੰਮਦਾ ਨਾ ਉਹ ਮਰਦਾ, ਉਹ ਹਮੇਸ਼ਾ ਅੱਜ ਵੀ ਹੈਗਾ, ਜੁਗਾ ਜੁਗਾ ਤੱਕ ਰਹੂਗਾ, ਠੀਕ ਹੈ। ਤਾਂ ਰੱਬ ਦੇ ਤਖਤ ਨੂੰ ਕੀ ਕਹਿ ਦਾਂਗੇ ਆਪਾਂ? ਅਕਾਲ ਤਖਤ ਕਹਿ ਦਾਂਗੇ। ਹੁਣ ਐਗਜ਼ਾਮ ਦੇ ਵਿੱਚ ਬੇਟੇ ਜਿਹੜਾ ਕੁਐਸਚਨ ਪੁੱਛਿਆ ਜਾਂਦਾ ਹੈ, 2 ਕੁਐਸਚਨ ਪੁੱਛੇ ਜਾਂਦੇ ਆ ਵੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਿਹੜੇ ਗੁਰੂ ਨੇ ਕੀਤੀ? ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ। ਕਦੋਂ ਕੀਤੀ ਬੇਟੇ? 1609 ਦੇ ਵਿੱਚ। 1609 ਦੇ ਵਿੱਚ ਕੀਤੀ। ਬੱਚੇ ਭੁਲੇਖਾ ਖਾ ਜਾਂਦੇ ਆ ਬੇਟੇ 1604 ਤੇ 1609 ਦੇ ਵਿੱਚ। 1604 ਤੁਹਾਨੂੰ ਮੈਂ ਪੜ੍ਹਾਇਆ ਕੀ ਹੋਇਆ ਸੀਗਾ, 1609 ਤੁਹਾਨੂੰ ਮੈਂ ਦੱਸਤਾ ਅੱਜ ਅਕਾਲ ਤਖਤ ਸਾਹਿਬ ਦੀ ਕੀ ਹੋਈ ਸੀਗੀ? ਸਿਰਜਣਾ ਹੋਈ ਸੀਗੀ। ਇਹ ਯਾਦ ਰੱਖਣਾ ਹੈ। ਦੇਖੋ ਯਾਦ ਰੱਖਣ ਦਾ ਢੰਗ ਕਿਵੇਂ ਆ? ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਤੇ ਬਹਿ ਗਏ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ, ਤਾਂ ਕਰਕੇ ਇਹਨਾਂ ਨੇ ਕੀ ਕਹਿਤਾ? 2 ਤਲਵਾਰਾਂ ਪਾਲੋ ਭਾਈ, ਇੱਕ ਤਾਂ ਮੇਰੀ ਦੀ, ਇੱਕ ਪੀਰੀ ਦੀ। ਭਗਤੀ ਵੀ ਕਰੋ ਨਾਲ ਰਾਜ ਵੀ ਕਰੋ। ਜਦੋਂ ਰਾਜ ਕਰਨਾ ਤਾਂ ਆਪਾਂ ਨੂੰ ਕੀ ਚਾਹੀਦਾ? ਤਖਤ ਚਾਹੀਦਾ ਹੈ। ਤਾਂ ਉਹਦੇ ਵਾਸਤੇ ਕੀ ਬਣਾਤਾ ਜੀ? ਅਕਾਲ ਤਖਤ ਬਣਾਤਾ। ਯਾਦ ਰਹਿ ਜਾਊਗਾ ਹਰਗੋਬਿੰਦ ਸਾਹਿਬ ਜੀ ਤੋਂ। ਇਸ ਤੋਂ ਇਲਾਵਾ ਜਦੋਂ ਆਪਾਂ ਨੂੰ ਤਖਤ ਮਿਲ ਗਿਆ ਤਾਂ ਆਪਣੇ ਕੋਲ ਕਿਲਾ ਵੀ ਚਾਹੀਦਾ, ਤਾਂ ਇਹਨਾਂ ਨੇ ਇੱਕ ਕਿਲੇ ਦਾ ਨਿਰਮਾਣ ਕੀਤਾ ਸੀਗਾ, ਲੋਹਗੜ੍ਹ ਕਿਲਾ। ਇਹ ਬਹੁਤ ਪੁੱਛਿਆ ਜਾਂਦਾ ਹੈ ਅੱਗੇ ਜਾ ਕੇ ਇਤਿਹਾਸ ਦੇ ਵਿੱਚ। ਬਾਬਾ ਬੰਦਾ ਸਿੰਘ ਜੀ ਬਹਾਦਰ ਵੀ ਇਸ ਕਿਲੇ ਦਾ ਨਿਰਮਾਣ ਕਰਨਗੇ, ਲੋਹਗੜ੍ਹ ਕਿਲੇ ਦਾ। ਬਟ ਜਿਹੜਾ ਸਭ ਤੋਂ ਪਹਿਲਾ ਲੋਹਗੜ੍ਹ ਕਿਲਾ ਜਿਹੜਾ ਬਣਾਇਆ ਸੀਗਾ ਰਾਜੇ, ਉਹ ਕਿਹਨੇ ਬਣਾਇਆ ਸੀ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਇਆ ਸੀਗਾ, ਆਪਣੀ ਤਾਕਤ ਨੂੰ ਸਟਰੋਂਗ ਕਰਨ ਵਾਸਤੇ, ਜਾਂ ਕਹਿ ਲਓ ਸਿੱਖਾਂ ਦੀ ਆਰਮੀ ਸਟਰੋਂਗ ਕਰਨ ਵਾਸਤੇ। ਕਲੀਅਰ ਹੈ ਜੀ? ਚਲੋ ਜੀ, ਹੁਣ ਆਪਾਂ ਅੱਗੇ ਚੱਲਦੇ ਹਾਂ। ਅੱਛਾ, ਇੱਕ ਚੀਜ਼ ਇੱਥੇ ਹੋਰ ਨੋਟ ਕਰ ਲਿਓ, ਜਿਹੜੀ ਕਿ ਨੋਟ ਕਰਨ ਵਾਲੀ, ਚਲੋ ਮੈਂ ਅੱਗੇ ਕਰਵਾ ਦਿੰਦਾ। ਫਿਲਹਾਲ ਚੱਲਦੇ ਹਾਂ ਆਪਾਂ ਅੱਗੇ। ਹੁਣ ਨੈਕਸਟ ਸਲਾਈਡ ਵੱਲ ਵੱਧਦੇ ਹਾਂ ਆਪਾਂ। ਨੈਕਸਟ ਸਲਾਈਡ ਦੇ ਵਿੱਚ ਕੀ ਦੇਖਦੇ ਹਾਂ ਆਪਾਂ? ਨੈਕਸਟ ਪੁਆਇੰਟ ਦੇਖਦੇ ਹਾਂ ਬੇਟੇ, ਸ਼ਹਿਰ ਦੀ ਸਥਾਪਨਾ। ਹੁਣ ਇਹਨਾਂ ਨੇ ਦੇਖੋ ਜੀ ਕੀਰਤਪੁਰ ਸਾਹਿਬ ਵਸਾਇਆ, ਜਿਹੜਾ ਕਿ ਅਨੰਦਪੁਰ ਸਾਹਿਬ ਦੇ ਕੋਲੇ ਹੈ, ਜਿੱਥੇ ਕਿ ਆਪਾਂ ਵੱਡੇ ਵਡੇਰਿਆਂ ਦੇ ਕੀ ਪਾ ਕੇ ਆਉਣੇ ਆ? ਫੁੱਲ ਪਾ ਕੇ ਆਉਣੇ ਆ। ਤਾਂ ਕੀਰਤਪੁਰ ਸਾਹਿਬ ਤੁਸੀਂ ਸਾਰੇ ਗਏ ਹੋਵੋਗੇ ਬੇਟੇ, ਅਨੰਦਪੁਰ ਸਾਹਿਬ ਦੇ ਨੇੜੇ ਪੈਂਦਾ ਤੇ ਰੋਪੜ ਜ਼ਿਲ੍ਹੇ ਦੇ ਵਿੱਚ ਹੈ। ਹੁਣ ਦੇਖੋ ਇਹਨਾਂ ਨੇ ਅੰਮ੍ਰਿਤਸਰ ਛੱਡਤਾ। ਅੰਮ੍ਰਿਤਸਰ ਛੱਡਣ ਦਾ ਕਾਰਨ ਕੀ ਸੀਗਾ ਰਾਜੇ? ਕਿਉਂਕਿ ਇੱਕ ਲੜਾਈ ਹੋਈ ਸੀਗੀ। ਉਸ ਲੜਾਈ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਸੀਗਾ? ਅੰਮ੍ਰਿਤਸਰ ਨੂੰ ਕੀ ਕਰਤਾ ਸੀਗਾ? ਛੱਡਤਾ ਸੀਗਾ, ਤੇ ਇੱਕ ਨਵਾਂ ਸ਼ਹਿਰ ਵਸਾਇਆ ਸੀ ਕੀਰਤਪੁਰ ਸਾਹਿਬ। ਐਕਚੁਅਲੀ ਚਲੋ ਉਹ ਲੜਾਈ ਦਾ ਇਤਿਹਾਸ 'ਚ ਜ਼ਿਆਦਾ ਜ਼ਿਕਰ ਨਹੀਂ ਆਉਂਦਾਗਾ, ਨਾ ਹੀ ਆਪਣੇ ਪੇਪਰ ਦੇ ਵਿੱਚ ਉਹਦਾ ਕੋਈ ਰੋਲ ਹੈਗਾ। 1634 ਦੇ ਵਿੱਚ ਅੰਮ੍ਰਿਤਸਰ ਦੀ ਲੜਾਈ ਹੋਈ ਸੀਗੀ, ਜਿਸ ਮਗਰੋਂ ਗੁਰੂ ਸਾਹਿਬ ਜੀ ਕਿੱਥੇ ਚਲੇ ਗਏ? ਕੀਰਤਪੁਰ ਸਾਹਿਬ ਚਲੇ ਗਏ। ਤੇ ਜੀਵਨ ਦੇ ਜਿਹੜੇ ਆਖਰੀ 9 ਸਾਲ ਆ ਨਾ ਗੁਰੂ ਸਾਹਿਬ ਦੇ, ਉਹ ਸਾਰੇ ਉਹਨਾਂ ਨੇ ਉੱਥੇ ਬਿਤਾਏ ਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਆਖਰੀ 9 ਸਾਲ ਉੱਥੇ ਹੀ ਵਸਾਏ ਆ, ਠੀਕ ਹੈ। ਚਲੋ ਜੀ, ਆਪਾਂ ਹੁਣ ਨੈਕਸਟ ਚੱਲਦੇ ਹਾਂ। ਮੇਨ ਪੁਆਇੰਟ ਅਗਲਾ ਕੀ ਹੈ? ਸ਼ਹਿਰ ਦੀ ਸਥਾਪਨਾ ਤੁਹਾਨੂੰ ਮੈਂ ਦੱਸਤਾ ਕੀਰਤਪੁਰ ਸਾਹਿਬ। ਸਭ ਤੋਂ ਮਹੱਤਵਪੂਰਨ ਗੱਲ ਆ ਗਈ, ਜਿੱਥੇ ਕੁਐਸਚਨ ਪੁੱਛਿਆ ਜਾਂਦਾ ਹੈ, ਮੀਰੀ ਤੇ ਪੀਰੀ। ਠੀਕ ਹੈ ਜੀ, ਮੀਰੀ ਤੇ ਪੀਰੀ ਐਕਚੁਅਲ ਦੇ ਵਿੱਚ ਹੈ ਕੀ ਹੈ? ਪਹਿਲਾਂ ਤੁਹਾਨੂੰ ਮੈਂ ਉਹ ਦਿਖਾ ਦਾਂ। ਆ ਦੇਖੋ ਜੀ, ਮੀਰੀ ਤੇ ਪੀਰੀ ਕੀ ਨੇ ਰਾਜੇ? 2 ਤਲਵਾਰਾਂ ਪਾਈਆਂ ਸੀਗੀਆਂ। ਹੁਣ ਇਹਦੀ ਵੀ ਇੱਕ ਕਹਾਣੀ ਨਹੀਂ, ਇੱਕ ਸੰਚਾਈ, ਇੱਕ ਕਹਾਣੀ ਕਹਿ ਲਓ, ਤੁਹਾਨੂੰ ਮੈਂ ਸੁਣਾਉਣਾ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਤੇ ਬੈਠੇ, ਤਾਂ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਰਾਜ ਤਿਲਕ ਲਾਇਆ। ਤੇ ਬਾਬਾ ਬੁੱਢਾ ਜੀ ਕੀ ਕਰਦੇ ਸੀਗੇ? ਗੁਰੂ ਘਰ ਦੇ ਸੇਵਕ ਸੀਗੇ, ਤੇ 6 ਗੁਰੂ ਸਾਹਿਬਾਨ ਜੀ ਨਾਲ ਰਹੇ, ਤੁਹਾਨੂੰ ਮੈਂ ਦੱਸ ਕੇ ਹਟਿਆ। ਤਾਂ ਬਾਬਾ ਬੁੱਢਾ ਜੀ ਕਰਦੇ ਕੀ ਸੀਗੇ ਬੇਟੇ? ਦੇਖੋ, ਗੁਰੂ ਘਰ ਦੇ ਸੇਵਕ ਸੀਗੇ, ਸੇਵਾ ਗੁਰੂ ਕਰਵਾਉਂਦਾ, ਸੇਵਾ ਕਰਦੇ ਸੀ, ਭਾਂਡੇ ਬਰਤਨ ਮਾਂਜਦੇ ਸੀਗੇ, ਲੰਗਰ 'ਚ ਸੇਵਾ ਕਰਦੇ ਸੀਗੇ, ਘੋੜਿਆਂ ਦੀ ਸੇਵਾ ਕਰਦੇ ਸੀਗੇ। ਤਾਂ ਜਦੋਂ ਗੁਰੂ ਸਾਹਿਬ ਜੀ ਨੂੰ ਤਖਤ ਤੇ ਬਿਠਾਇਆ, ਤਾਂ ਉਹਨਾਂ ਨੇ ਕੀ ਕੀਤਾ ਜੀ? ਮੰਨ ਲਓ, ਚਲੋ ਹੁਣ ਮੈਂ ਫੋਟੋ ਵੀ ਨਹੀਂ ਬਣਾ ਸਕਦਾ ਇੱਥੇ, ਤੁਹਾਨੂੰ ਮੈਂ ਵੈਸੇ ਦੱਸ ਦਿੰਦਾ ਕਿ ਮੰਨ ਲਓ ਆਹ ਕੋਈ ਇਨਸਾਨੀ ਜਿਸਮ ਹੈ, ਤਲਵਾਰ ਹਮੇਸ਼ਾ ਆਪਾਂ ਕੀ ਪਾਉਣੇ ਆ? ਖੱਬੇ ਪਾਸੇ ਏਦਾਂ ਪਾਉਣੇ ਆ। ਤਾਂ ਬਾਬਾ ਬੁੱਢਾ ਜੀ ਨੇ ਕੀ ਕਰਤਾ ਸੀਗਾ? ਸੱਜੇ ਪਾਸੇ ਗੁਰੂ ਸਾਹਿਬ ਜੀ ਦੇ ਤਲਵਾਰ ਪਾਤੀ ਸੀਗੀ,
ਠੀਕ ਹੈ ਜੀ। ਤਾਂ ਸਾਰੀ ਸੰਗਤ ਦੱਸਣ ਲੱਗ ਗਈ ਕਿ ਯਾਰ ਵਿਚਾਰਾ ਬਾਬਾ ਬੁੱਢਾ, ਇਹਨੂੰ ਕੀ ਪਤਾ, ਇਹ ਤਾਂ ਸਾਰੇ ਉਮਰ ਭਾਂਡੇ ਮਾਂਜਦਾ ਰਿਹਾ ਜਾਂ ਫਿਰ ਗੁਰੂ ਘਰ ਸੇਵਾ ਕਰਦਾ ਰਿਹਾ, ਇਹ ਕਿਹੜਾ ਕਦੇ ਲੜਾਈ ਲੜੀ ਹੈ ਇਸਨੇ। ਬਟ ਨਹੀਂ, ਉਹ ਜਾਨੀ ਜਾਨ ਸੀਗੇ। ਉਹਨਾਂ ਨੇ ਸੱਜੇ ਪਾਸੇ ਪਹਿਲਾਂ ਰਾਈਟ ਹੈਂਡ ਸਾਈਡ ਤਲਵਾਰ ਪਹਿਲਾਂ ਤਾਂ ਪਾਈ ਸੀ, ਉਹਨਾਂ ਨੂੰ ਪਤਾ ਸੀ ਗੁਰੂ ਸਾਹਿਬ ਜੀ ਨੇ ਇੱਕ ਹੋਰ ਤਲਵਾਰ ਪਾਉਣੀ ਹੈ, ਕਿਉਂਕਿ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਕਿਸੇ ਗੁਰੂ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨੀਆਂ ਸੀਗੀਆਂ। ਔਰ ਉਸ ਦਾ ਪਹਿਨਣ ਦਾ ਕਾਰਨ ਕੀ ਸੀਗਾ, ਜਿਹੜੀਆਂ ਦੋ ਤਲਵਾਰਾਂ ਸੀਗੀਆਂ ਰਾਜੇ, ਇੱਕ ਮੀਰੀ ਦੀ ਸੀਗੀ ਤੇ ਇੱਕ ਕੀ ਸੀਗੀ, ਪੀਰੀ ਦੀ। ਐਂ ਕਹਿ ਲਓ, ਇੱਕ ਫਕੀਰੀ ਦੀ ਸੀਗੀ, ਇੱਕ ਰਾਜ ਕਰਨ ਦੀ, ਇੱਕ ਰਾਜੇ ਦੀ ਕਹਿ ਲਓ। ਠੀਕ ਹੈ, ਤਾਂ ਰਾਜ ਵੀ ਕਰਨਾ ਜ਼ਰੂਰੀ ਸੀਗਾ। ਇੱਥੋਂ ਕੀ ਹੋਇਆ ਜੀ, ਹੁਣ ਗੁਰੂ ਸਾਹਿਬ ਜੀ ਨੇ ਇੱਕ ਮੈਸੇਜ ਭੇਜਿਆ ਕਿਹਨੂੰ, ਮਸੰਦਾਂ ਨੂੰ। ਮਸੰਦ ਸਿਸਟਮ ਸਟਾਰਟ ਕੀਤਾ ਸੀ ਨਾ ਆਪਣੇ ਗੁਰੂ ਰਾਮਦਾਸ ਜੀ ਨੇ, ਤਾਂ ਮਸੰਦ ਸਿਸਟਮ ਦੇ ਵਿੱਚ ਕੀ ਹੈ, ਮਸੰਦਾਂ ਨੂੰ ਕੀ ਗੁਰੂ ਜੀ ਨੇ ਇੱਕ ਮੈਸੇਜ ਭੇਜਿਆ, ਭਾਈ ਹੁਣ ਤੱਕ ਜੋ ਵੀ ਤੁਸੀਂ ਗੁਰੂ ਘਰ ਵਾਸਤੇ ਦਾਨ ਕਰਦੇ ਆਏ ਹੋ, ਹੁਣ ਤੁਸੀਂ ਦਾਨ ਕਰਨਾ ਕੀ ਹੈ, ਕੋਈ ਤੋਹਫੇ ਲੈ ਕੇ ਨਹੀਂ ਆਉਣੇਗੇ, ਵੱਧ ਤੋਂ ਵੱਧ ਸ਼ਸਤਰ ਲੈ ਕੇ ਆਓ, ਘੋੜੇ ਲੈ ਕੇ ਆਓ, ਹਾਥੀ ਲੈ ਕੇ ਆਓ। ਠੀਕ ਹੈ, ਗੁਰੂ ਸਾਹਿਬ ਜੀ ਨੇ ਇਹ ਕਿਹਾ ਸੀਗਾ ਕਿ ਹੁਣ ਆਪਾਂ ਕੀ ਕਰਨਾ ਹੈ, ਨਾਲ ਆਪਣੀ ਤਾਕਤ ਵੀ ਰੱਖਣੀ ਹੈ, ਆਪਾਂ ਨੂੰ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣਾ ਪਊਗਾ, ਪਿਆਰ ਦੇ ਨਾਲ ਨਹੀਂ ਤਲਵਾਰ ਦੇ ਨਾਲ ਦੇਣਾ ਪਊਗਾ। ਕਲੀਅਰ ਹੈ ਜੀ। ਚਲੋ ਜੀ, ਹੁਣ ਆਪਾਂ ਅੱਗੇ ਚੱਲਦੇ ਹਾਂ, ਨੈਕਸਟ ਦੇਖਦੇ ਹਾਂ ਜੀ ਹੋਰ ਅਗਲਾ ਕਿਹੜਾ ਫੈਕਟ ਹੈ ਜਿਹੜਾ ਕਿ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ। ਬੇਟੇ ਇਹ ਸਾਰਾ ਕੁਝ ਐਗਜ਼ਾਮ ਵਾਸਤੇ ਇੰਪੋਰਟੈਂਟ ਹੈ। ਨੈਕਸਟ ਚੱਲਦੇ ਹਾਂ ਜੀ ਆਪਾਂ। ਅੱਛਾ ਜੀ, ਹੁਣ ਗੁਰੂ ਸਾਹਿਬ ਜੀ ਨੂੰ ਬੰਦੀ ਛੋੜ ਕਹਿੰਦੇ ਆ। ਆਪਾਂ ਸਾਰੇ ਦੀਵਾਲੀ ਮਨਾਉਂਦੇ ਆ। ਦੇਖੋ ਹਿੰਦੂ ਧਰਮ ਦੇ ਵਿੱਚ ਦੀਵਾਲੀ ਦੀ ਮਹੱਤਤਾ ਕਿਉਂ ਹੈ, ਕਿਉਂਕਿ ਰਾਮ ਚੰਦਰ ਜੀ ਬਨਵਾਸ ਕੱਟ ਕੇ ਆਏ ਸੀਗੇ। ਹੁਣ ਸਿੱਖਾਂ ਦੇ ਵਿੱਚ ਕੀ ਸੀਗਾ ਤੁਹਾਨੂੰ ਮੈਂ ਦੱਸਦਾ। ਹੁਣ ਚੱਕਰ ਕੀ ਪੈ ਗਿਆ, ਬੰਦੀ ਛੋੜ ਦਾ ਚੱਕਰ ਤੁਹਾਨੂੰ ਮੈਂ ਕਹਾਣੀ ਸੁਣਾ ਦਿੰਦਾ। ਬੰਦੀ ਛੋੜ ਕੀ ਹੋ ਗਿਆ ਜੀ, ਉਸ ਟਾਈਮ ਤੇ ਰਾਜਾ ਸੀਗਾ ਔਰੰਗਜ਼ੇਬ, ਤੇ ਜਹਾਂਗੀਰ ਵੀ ਸੀਗਾ, ਔਰੰਗਜ਼ੇਬ ਵੀ ਸੀਗਾ ਗੁਰੂ ਸਾਹਿਬ ਜੀ ਦੇ ਟਾਈਮ ਤੇ। ਉਹਨਾਂ ਨੇ ਜਾ ਕੇ ਭਾਈ ਉਹਨਾਂ ਨੂੰ ਕਹਿਤਾ ਵੀ ਮੁਗਲ ਬਾਦਸ਼ਾਹ ਨੂੰ ਕਿ ਗੁਰੂ ਸਾਹਿਬ ਜੀ ਆਪਣੇ ਘੋੜੇ ਰੱਖਣ ਲੱਗ ਗਏ ਆ, ਆਪਣੀ ਆਰਮੀ ਤਿਆਰ ਕਰ ਰਹੇ ਆ, ਤਾਂ ਇਹ ਵੀ ਇਸ ਤੋਂ ਪਹਿਲਾਂ ਆਪਣੇ ਤੇ ਭਾਰੀ ਹੋਣ, ਆਪਾਂ ਇਹਨਾਂ ਨੂੰ ਬੰਦੀ ਬਣਾ ਲੈਂਦੇ ਆ। ਤਾਂ ਗੁਰੂ ਸਾਹਿਬ ਜੀ ਨੂੰ ਕੀ ਕਰਤਾ ਜੀ, ਇਹਨਾਂ ਨੇ ਬੰਦੀ ਬਣਾਤਾ। ਮਤਲਬ ਜਿਹਨੇ ਬੰਦੀ ਬਣਾਇਆ ਸੀਗਾ ਉਹ ਰਾਜਾ ਉਸ ਟਾਈਮ ਤੇ ਜਹਾਂਗੀਰ ਹੀ ਸੀਗਾ। ਔਰੰਗਜ਼ੇਬ ਤਾਂ ਅੱਗੇ ਜਾ ਕੇ ਆਊਗਾ, ਫਿਲਹਾਲ ਆਪਾਂ ਜਹਾਂਗੀਰ ਦੀ ਗੱਲ ਕਰਦੇ ਹਾਂ। ਜਹਾਂਗੀਰ ਕੋਲੇ ਕਿਸੇ ਨੇ ਚੁਗਲੀ ਕਰਤੀ ਕਿ ਗੁਰੂ ਸਾਹਿਬ ਜੀ ਨੇ ਆਪਣੀ ਸੈਨਾ ਤਿਆਰ ਕੀਤੀ ਹੈ, ਤਾਂ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਕਿਲੇ ਦੇ ਵਿੱਚ ਕੀ ਕਰਤਾ, ਬੰਦੀ ਕਰਤਾ। ਜਦੋਂ ਬੰਦੀ ਕੀਤਾ, ਉੱਥੇ ਆਲਰੇਡੀ 52 ਪਹਾੜੀ ਰਾਜੇ ਕੀ ਹਿੰਦੂ ਰਾਜੇ ਸੀਗੇ ਜਿਹੜੇ, ਉਹ ਕੀ ਸੀਗੇ ਉੱਥੇ ਜੇਲ੍ਹ ਦੇ ਵਿੱਚ ਸੀਗੇ। ਤਾਂ ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਬੰਦੀ ਛੋੜ, ਤੁਹਾਨੂੰ ਮੈਂ ਦੱਸਦਾ ਇਸ ਤੋਂ ਬਾਅਦ ਜਿਹੜੀ ਅੱਜ ਕੱਲ ਆਪਾਂ ਦੇਖਦੇ ਹਾਂ, ਤੁਸੀਂ ਸਰੋਵਰ ਸਾਹਿਬ ਜਾਂਦੇ ਹੋ ਨਾ, ਗੁਰਦੁਆਰੇ ਸਾਹਿਬ ਦੇ ਵਿੱਚ ਸਰੋਵਰ ਸਾਹਿਬ ਦੇ ਆਪਾਂ ਆਲੇ ਦੁਆਲੇ ਪਰਿਕਰਮਾ ਵੀ ਕਰਦੇ ਹਾਂ। ਉਹ ਪਰਿਕਰਮਾ ਦਾ ਮਹੱਤਤਾ ਕੀ ਹੈਗੀ ਹੈ, ਐਗਜ਼ਾਮ ਦੇ ਵਿੱਚ ਨਹੀਂ ਪੁੱਛਿਆ ਜਾਊਗਾ, ਪਰ ਆਪਾਂ ਨੂੰ, ਆਪਾਂ ਸਿੱਖਾਂ ਜਾਂ ਆਪਾਂ ਪੜ੍ਹੇ ਲਿਖੇ ਇਨਸਾਨ ਆ, ਆਪਾਂ ਨੂੰ ਪਤਾ ਹੋਣਾ ਜ਼ਰੂਰੀ ਹੈ। ਬਾਬਾ ਬੁੱਢਾ ਜੀ ਨੂੰ ਦਰਸ਼ਨ ਕੀਤੇ ਬਹੁਤ ਦਿਨ ਹੋ ਗਏ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਤਾਂ ਕਿਲੇ ਦੇ ਅੰਦਰ ਜਾਣਾ ਤਾਂ ਮਨਾਹੀ ਸੀਗੀ। ਤਾਂ ਬਾਬਾ ਬੁੱਢਾ ਜੀ ਨੇ ਕੀ ਕੀਤਾ ਜੀ, ਕਿਲੇ ਦੇ ਆਸੇ-ਪਾਸੇ ਚੱਕਰ ਲਗਾ ਕੇ ਕਿਲੇ ਦੇ ਗੇਟ ਤੇ ਆ ਕੇ ਮੱਥਾ ਟੇਕਿਆ। ਤਾਂ ਕਿਸੇ ਨੇ ਪੁੱਛਿਆ, ਸੈਨਿਕ ਨੇ ਪੁੱਛਿਆ, ਬਾਬਾ ਜੀ ਤੁਸੀਂ ਕੀ ਕਰ ਰਹੇ ਹੋ? ਤਾਂ ਉਹ ਕਹਿੰਦੇ ਜੀ ਕਾਫੀ ਦਿਨ ਹੋ ਗਏ ਮੈਂ ਆਪਣੀ ਮੁਰਸ਼ਦ ਦੇ ਦਰਸ਼ਨ ਨਹੀਂ ਕੀਤੇ, ਇਸ ਕਰਕੇ ਮੈਂ ਕਿਲੇ ਦੇ ਅੰਦਰ ਨੇ ਉਹ, ਤੇ ਮੈਂ ਬਾਹਰ ਨਮਸਕਾਰ ਕਰ ਰਿਹਾ ਉਹਨਾਂ ਨੂੰ। ਤਾਂ ਉਹ ਅੱਜ ਤੱਕ ਉਹ ਮਰਿਆਦਾ ਚੱਲ ਰਹੀ ਆ। ਆਪਾਂ ਦੇਖੋ ਸਾਰਿਆਂ ਨੇ ਪਰਿਕਰਮਾ ਕਰਦੇ ਆ। ਠੀਕ ਹੈ, ਤੇ ਉਸ ਕਿਲੇ ਦੇ ਵਿੱਚ 52 ਰਾਜੇ ਸੀਗੇ। ਜਦੋਂ ਬਾਬਾ ਬੁੱਢਾ ਜੀ ਕਾਫੀ ਸਾਰੇ ਬੰਦੇ ਲੈ ਕੇ ਪਹੁੰਚ ਗਏ, ਉਹਨੇ ਦੇਖਿਆ ਵੀ ਗੁਰੂ ਸਾਹਿਬ ਜੀ ਦੇ ਪਿੱਛੇ ਬਹੁਤ ਜ਼ਿਆਦਾ, ਮਤਲਬ ਕਿ ਉਹਨਾਂ ਦੇ ਪੈਰੋਕਾਰ ਬਹੁਤ ਨੇ, ਤਾਂ ਉਹਨਾਂ ਨੇ ਗੁਰੂ ਜੀ ਨੂੰ ਛੱਡਣ ਦਾ ਕੀ ਬਣਾ ਲਿਆ, ਮਨ ਬਣਾ ਲਿਆ। ਪਰ ਉਹ ਰਾਜੇ ਕਹਿਣ ਲੱਗ ਗਏ ਕਿ ਅਸੀਂ ਇੱਥੇ ਹੀ ਰਹਿ ਜਾਾਂਗੇ। ਤਾਂ ਉਹਨਾਂ ਨੇ ਰਿਕਵੈਸਟ ਕੀਤੀ ਗੁਰੂ ਜੀ ਨੂੰ, ਤਾਂ ਗੁਰੂ ਜੀ ਨੇ ਸ਼ਰਤ ਰੱਖੀ ਜਹਾਂਗੀਰ ਅੱਗੇ ਕਿ ਭਾਈ ਜੇ ਸਾਨੂੰ ਤੁਸੀਂ ਰਿਹਾ ਕਰਨਾ ਤਾਂ ਨਾਲ 52 ਰਾਜਿਆਂ ਨੂੰ ਵੀ ਰਿਹਾ ਕਰਨਾ ਪਊਗਾ। ਤਾਂ ਉਹ ਸਕੀਮੀ ਸੀਗਾ ਜਹਾਂਗੀਰ। ਉਹ ਕਹਿੰਦਾ ਜੀ ਮੈਂ ਇੱਕੋ ਟਾਈਮ ਤੇ ਜੇ ਤੁਸੀਂ ਜਿੰਨੇ ਬੰਦਿਆਂ ਨੂੰ ਲੈ ਕੇ ਨਿਕਲ ਲਓਗੇ ਹੱਥ ਫੜ ਕੇ ਜਾਂ ਆਪਣੇ ਨਾਲ ਲੈ ਕੇ, ਤਾਂ ਉਹ ਸਾਰੇ ਮੈਂ ਰਿਹਾ ਕਰ ਦੂੰਗਾ, ਜਿਹੜੇ ਰਹਿ ਗਏ ਰਹਿ ਗਏ। ਤਾਂ ਗੁਰੂ ਸਾਹਿਬ ਜੀ ਨੇ ਇੱਕ ਸਪੈਸ਼ਲ ਚੋਲਾ ਸਵਾਇਆ ਸੀਗਾ 52 ਕਲੀਆਂ ਵਾਲਾ, ਜਿਹਨੂੰ ਫੜ ਕੇ ਸਾਰੇ ਰਾਜੇ ਬਾਹਰ ਆਏ ਸੀਗੇ। ਤਾਂ ਕਰਕੇ ਗੁਰੂ ਜੀ ਨੂੰ ਕੀ ਕਹਿ ਦਿੰਦੇ ਆ, ਬੰਦੀ ਛੋੜ ਕਹਿ ਦਿੰਦੇ ਆ। ਉਹ ਬਾਅਦ ਦੀ ਗੱਲ ਹੈ ਕਿ ਉਹੀ ਰਾਜੇ ਬਾਅਦ ਦੇ ਵਿੱਚ ਗੁਰੂ ਸਾਹਿਬ ਜੀ ਨਾਲ ਜੰਗ ਕਰਦੇ ਆ, ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗ ਕਰਦੇ ਆ। ਚਲੋ ਲੋਕ ਤਾਂ ਅਕ੍ਰਿਤਿਕਨ ਹੁੰਦੇ ਆ, ਆਪਾਂ ਉਸ ਗੱਲਾਂ ਵਿੱਚ ਨਹੀਂ ਪੈਣਾ, ਆਪਾਂ ਇਮੋਸ਼ਨਲ ਨਹੀਂ ਹੋਣਾ। ਆਪਾਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਦੇਖਦੇ ਹਾਂ। 52 ਰਾਜਿਆਂ ਨੂੰ ਛੁਡਾਇਆ ਸੀਗਾ, ਤੇ ਇਸ ਦਿਨ ਆਪ ਜੀ ਕਿੱਥੇ ਪਹੁੰਚੇ ਸੀਗੇ, ਅੰਮ੍ਰਿਤਸਰ ਪਹੁੰਚੇ ਸੀਗੇ। ਤਾਂ ਹੀ ਸਿੱਖ ਕੀ ਬਣਾਉਂਦੇ ਨੇ, ਬੰਦੀ ਛੋੜ ਦਿਵਸ ਮਨਾਉਂਦੇ ਨੇ। ਕਹਿੰਦੇ ਨਾ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ, ਉਹ ਤਾਂ ਹੀ ਕਹਿੰਦੇ ਆ ਬੇਟੇ। ਤਾਂ ਬੰਦੀ ਛੋੜ ਦੀ ਆਪਾਂ ਇਹ ਪਿਕਚਰ ਵੀ ਬਹੁਤ ਵਾਰੀ ਦੇਖਦੇ ਆ। ਦੇਖੋ ਗੁਰੂ ਸਾਹਿਬ ਜੀ ਜਾ ਰਹੇ ਨੇ, ਆ ਪੂਰੇ ਪਿੱਛੇ 52 ਰਾਜੇ ਆ ਰਹੇ ਨੇ। ਤਾਂ ਗੁਰੂ ਸਾਹਿਬ ਜੀ ਨੇ ਆਪ ਕੀ ਪਾਇਆ ਸੀਗਾ, ਚੋਲਾ ਪਾਇਆ ਸੀ ਬੇਟੇ। ਇਹ 52 ਕਲੀਆਂ ਵਾਲਾ ਚੋਲਾ ਸੀ, ਜਿਹਨੂੰ ਫੜ ਕੇ, ਇਹ ਬਹੁਤ ਲੰਬਾ ਸੀਗਾ, ਅੱਗੇ ਅੱਗੇ ਵਧੀ ਜਾਂਦਾ। ਤਾਂ ਇਹਨੂੰ ਫੜ ਕੇ ਸਾਰੇ ਕੀ ਆ ਗਏ ਸੀਗੇ, ਰਾਜੇ ਬਾਹਰ ਆ ਗਏ ਸੀਗੇ। ਕਲੀਅਰ ਹੈ ਜੀ। ਤਾਂ ਗੁਰੂ ਸਾਹਿਬ ਜੀ ਨੂੰ ਕੀ ਕਿਹਾ ਜਾਂਦਾ, ਰਾਜੇ ਬੰਦੀ ਛੋੜ ਕਿਹਾ ਜਾਂਦਾ। ਓਕੇ ਹੈ ਜੀ। ਇਹ ਕੁਐਸਚਨ ਵੀ ਬਹੁਤ ਪੁੱਛਿਆ ਜਾਂਦਾ ਕਿ ਬੰਦੀ ਛੋੜ ਕਿਹਨੂੰ ਕਹਿੰਦੇ ਆ, ਕਿਹੜੇ ਗੁਰੂ ਸਾਹਿਬ ਜੀ ਨੂੰ ਕਹਿੰਦੇ ਆ।
ਇਹ ਕੁਐਸਚਨ ਵੀ ਐਗਜ਼ਾਮ ਦੇ ਵਿੱਚ ਬਹੁਤ ਆਇਆ ਹੋਇਆ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਹੁਣ ਤੁਸੀਂ ਨਹੀਂ ਭੁੱਲੋਗੇ, ਤੁਹਾਨੂੰ ਮੈਂ ਫੋਟੋ ਦਿਖਾਉਣ ਦਾ ਮਕਸਦ ਹੀ ਇਹੀ ਸੀਗਾ ਕਿ ਤੁਸੀਂ ਨਾ ਭੁੱਲੋ। ਅੱਗੇ ਚੱਲਦੇ ਹਾਂ ਜੀ ਆਪਾਂ। ਹੁਣ ਨੈਕਸਟ ਸੀਗਾ ਜੀ ਮੁਗਲ ਬਾਦਸ਼ਾਹ ਕਿਹੜੇ ਕਿਹੜੇ ਸੀਗੇ, ਤੁਹਾਨੂੰ ਮੈਂ ਦੱਸਿਆ ਜਹਾਂਗੀਰ ਸੀਗਾ, ਸੌਰੀ ਮੇਰੇ ਦਿਮਾਗ 'ਚ ਆ ਗਿਆ, ਔਰੰਗਜ਼ੇਬ ਨਹੀਂ ਸ਼ਾਹਜਹਾਂ ਸੀਗੇ। ਔਰੰਗਜ਼ੇਬ ਤਾਂ ਅੱਗੇ ਜਾ ਕੇ ਆਊਗਾ ਜਦੋਂ ਆਪਣੇ ਗੁਰੂ ਹਰਰਾਏ ਜੀ ਆਉਣਗੇ, ਅੱਗੇ ਜਾ ਕੇ ਆਣਗੇ ਹਰਕ੍ਰਿਸ਼ਨ ਜੀ ਟਾਈਮ ਤੇ। ਫਿਲਹਾਲ ਜਹਾਂਗੀਰ ਸੀਗਾ ਤੇ ਸ਼ਾਹਜਹਾਂ ਸੀਗਾ। ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ ਆਪਾਂ। ਹੁਣ ਜੋਤੀ ਜੋਤ ਕਹਿੰਦੇ ਆ ਜੀ, ਜਿਹੜੇ ਗੁਰੂ ਸਾਹਿਬ ਜੀ 1644 ਦੇ ਵਿੱਚ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਸੀਗੇ ਗੁਰੂ ਜੀ। ਠੀਕ ਹੈ ਜੀ। ਤੇ ਲਾਸਟ ਦੇ ਵਿੱਚ ਮਤਲਬ ਮੇਨ ਇਹਨਾਂ ਦੇ ਵਿੱਚ ਕੁਐਸਚਨ ਜਿਹੜਾ ਪੁੱਛਿਆ ਜਾਂਦਾ ਤੁਹਾਨੂੰ ਮੈਂ ਦੱਸ ਦਿੰਦਾ। ਆਪਾਂ ਤੁਹਾਨੂੰ ਜਿਹੜਾ ਮੈਂ ਕਰਵਾ ਕੇ ਆਇਆ ਮੇਨ, ਪਿੱਛੇ ਚੱਲਦੇ ਆ। ਅਕਾਲ ਤਖਤ ਸਾਹਿਬ ਵਾਲਾ, ਠੀਕ ਹੈ ਜੀ। ਤੇ ਇਹਨਾਂ ਦੀ ਜਿਹੜੀ ਬੇਸਿਕ ਐਜੂਕੇਸ਼ਨ ਹੈ ਉਹ ਬਾਬਾ ਬੁੱਢਾ ਜੀ ਤੇ ਆਪਣੇ ਜਿਹੜੇ ਦੂਸਰੇ ਭਾਈ ਗੁਰਦਾਸ ਜੀ ਤੋਂ। ਤੇ ਗਵਾਲੀਅਰ ਦੇ ਕਿਲੇ ਵਾਲੀ ਘਟਨਾ ਤੁਹਾਨੂੰ ਮੈਂ ਸੁਣਾਤੀ ਹੈ ਆਪਣੇ। ਠੀਕ ਹੈ। ਕੀਰਤਪੁਰ ਸਾਹਿਬ ਦੀ ਸਥਾਪਨਾ ਕੀਤੀ, ਮੀਰੀ ਪੀਰੀ ਕਹਿੰਦੇ ਆ। ਠੀਕ ਹੈ। 2 ਤਲਵਾਰਾਂ ਪਾਈਆਂ ਸੀਗੀਆਂ, ਬੰਦੀ ਛੋੜ ਕਹਿ ਦਿੰਦੇ ਬਾਬਾ ਜੀ ਨੂੰ। ਤੇ ਇਸ ਤੋਂ ਇਲਾਵਾ ਸ਼ਹਿਰ ਕਿਹੜਾ ਕੀਰਤਪੁਰ ਵਸਾਇਆ। ਤੇ ਮੁਗਲ ਬਾਦਸ਼ਾਹ ਕਿਹੜੇ ਸੀਗੇ, ਜਹਾਂਗੀਰ ਤੇ ਸ਼ਾਹਜਹਾਂ। ਤੇ 1644 ਦੇ ਵਿੱਚ ਕੀ ਹੋ ਗਏ ਜੀ, ਆਪਣੇ ਜੋਤੀ ਜੋਤ ਸਮਾਏ ਸੀਗੇ ਕੀਰਤਪੁਰ ਸਾਹਿਬ ਵਿਖੇ। ਨਾਰਮਲ ਡੈਥ ਹੋਈ ਸੀਗੀ ਬਾਬਾ ਜੀ ਦੀ। ਠੀਕ ਹੈ। ਜੋਤੀ ਜੋਤ ਨਾਰਮਲ ਸਮਾਏ ਸੀਗੇ। ਓਕੇ ਹੈ ਜੀ। ਅੱਗੇ ਚੱਲਦੇ ਹਾਂ ਜੀ ਹੁਣ ਆਪਾਂ। ਹੁਣ ਦੇਖੋ ਤੁਹਾਨੂੰ ਮੈਂ ਦੱਸਿਆ ਬੇਟੇ, ਜਿਹੜੀ ਅੱਗੇ ਗੱਦੀ ਜਾਊਗੀ ਗੁਰੂ ਹਰਰਾਏ ਜੀ ਨੂੰ ਜਾਊਗੀ। ਗੁਰੂ ਹਰਰਾਏ ਜੀ ਕੌਣ ਸੀਗੇ, ਬਾਬਾ ਗੁਰਦਿੱਤਾ ਜੀ ਦੇ ਕੀ ਸੀਗੇ, ਅੱਗੇ ਬੇਟੇ ਸੀਗੇ ਵੱਡੇ। ਐਂ ਕਹਿ ਲਓ ਕਿ ਆਪਣੇ ਪੋਤੇ ਨੂੰ ਗੱਦੀ ਦਿੱਤੀ। ਦੇਖੋ ਸਿੱਖ ਧਰਮ ਦੇ ਵਿੱਚ ਇਹ ਇੱਕ ਬਹੁਤ ਬੈਸਟ ਐਗਜ਼ਾਮਪਲ ਹੈ। ਕਹਿੰਦੇ ਆ ਜੀ ਕਈ ਵਾਰੀ ਕੀ ਹੁੰਦਾ ਜੀ, ਕੋਈ ਨਿਆਣਾ ਹੁੰਦਾ ਜਿਹੜਾ ਛੋਟੀ ਉਮਰ ਦਾ, ਉਹਨੂੰ ਪਹਿਲਾਂ ਮਤਲਬ ਅਧਿਆਤਮਿਕ ਗਿਆਨ ਹੋ ਜਾਂਦਾ ਹੈ। ਤੇ ਕਈ ਵਾਰੀ ਕੋਈ ਬਜ਼ੁਰਗ ਹੁੰਦਾ, ਉਹਨੂੰ ਪਿਛਲੀ ਉਮਰ 'ਚ ਜਾ ਕੇ ਵੀ ਨਹੀਂ ਗਿਆਨ ਹੁੰਦਾ। ਕਿ ਆਪਾਂ ਕਹਿ ਦਿੰਦੇ ਨਾ ਕਿ ਬੁੱਢੇ ਜਿਹੜੇ ਹੈਗੇ ਪਿੱਛੇ ਜਾ ਕੇ ਨਿਆਣੀ ਉਮਰ 'ਚ ਚਲੇ ਜਾਂਦੇ ਆ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ, ਪੰਜਾਬੀ 'ਚ ਕਹਾਵਤ ਹੈ ਕਿ ਬੁਢਾਪੇ 'ਚ ਜਾ ਕੇ ਵੀ ਨਿਆਣਿਆਂ ਵਾਲੀ ਹਰਕਤਾਂ ਰਹਿ ਜਾਂਦੀਆਂ। ਤਾਂ ਦੇਖੋ ਆਪਣੇ ਸਿੱਖ ਇਤਿਹਾਸ ਦੇ ਵਿੱਚ ਕੀ ਹੋਊਗਾ ਜੀ, ਇੱਕ ਦਾਦੇ ਨੇ ਪੋਤੇ ਨੂੰ ਗੱਦੀ ਦਿੱਤੀ ਤੇ ਅੱਗੇ ਜਾ ਕੇ ਇੱਕ ਪੋਤਾ ਆਪਣੇ ਦਾਦੇ ਨੂੰ ਗੱਦੀ ਦਊਗਾ। ਗੁਰੂ ਹਰਕ੍ਰਿਸ਼ਨ ਜੀ ਅੱਗੇ ਜਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਗੱਦੀ ਦੇਣਗੇ। ਦੇਖੋ ਬਹੁਤ ਬੈਸਟ ਐਗਜ਼ਾਮਪਲ ਸੈੱਟ ਕੀਤੀ ਹੋਈ ਹੈ ਗੁਰੂ ਮਹਾਰਾਜ ਜੀ ਨੇ। ਠੀਕ ਹੈ। ਆਪਾਂ ਤਾਂ ਉਦੋਂ ਤੱਕ ਸੋਚ ਹੀ ਨਹੀਂ ਸਕਦੇਗੇ। ਚਲੋ ਜੀ ਗੁਰੂ ਹਰਰਾਏ ਜੀ ਬਾਰੇ ਪੜ੍ਹਦੇ ਹਾਂ। ਇਹਨਾਂ ਦਾ ਜੀਵਨ ਕਾਲ ਸੀਗਾ 1630 ਤੋਂ ਲੈ ਕੇ 1661 ਤੱਕ। ਅੱਛਾ ਜੀ। ਜਨਮ ਸਥਾਨ ਤਾਂ ਕੀਰਤਪੁਰ ਸਾਹਿਬ ਹੀ ਸੀਗਾ। ਠੀਕ ਹੈ। ਇਹ ਮੇਨ ਇੰਪੋਰਟੈਂਟ ਪੁਆਇੰਟ ਹੈ, ਯਾਦ ਰੱਖਣਾ। ਮੈਂ ਅੱਗੇ ਜਾ ਕੇ ਦੱਸੂਗਾ ਕਿਉਂ ਇੰਪੋਰਟੈਂਟ ਹੈ ਜਨਮ ਸਥਾਨ ਬਾਰੇ। ਕੀਰਤਪੁਰ ਸਾਹਿਬ ਹੈ। ਪਿਤਾ ਤੁਹਾਨੂੰ ਮੈਂ ਦੱਸ ਦਿੰਦਾ ਜੀ, ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਕੌਣ ਸੀਗੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੇਟੇ ਸੀਗੇ। ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਬੇਟੇ ਸੀਗੇ ਤੇ ਇਹਨਾਂ ਦੇ ਸਭ ਤੋਂ ਵੱਡੇ ਬੇਟੇ ਸੀਗੇ ਗੁਰੂ ਹਰਰਾਏ ਜੀ ਤੇ ਮਾਤਾ ਅਨੰਤੀ ਜੀ। ਚਲੋ ਇਹ ਨਹੀਂ ਪੁੱਛਿਆ ਜਾਂਦਾ ਇੰਨਾ, ਫਿਰ ਵੀ ਚਲੋ ਇੱਕ ਵਾਰ ਤੁਸੀਂ ਨੋਟ ਕਰ ਲਿਓ। ਨੈਕਸਟ ਚੱਲਦੇ ਹਾਂ ਜੀ ਆਪਾਂ। ਜੀਵਨ ਸਾਥੀ ਸੀਗੇ ਜੀ ਗੁਰੂ ਹਰਰਾਏ ਜੀ ਦੇ ਸੁਲੱਖਣੀ ਜੀ। ਸੁਲੱਖਣੀ ਜੀ ਪਹਿਲਾਂ ਵੀ ਨਾਮ ਆਇਆ ਸੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਮਹਿਲ ਹੈਗੇ ਉਹਨਾਂ ਦਾ ਨਾਮ ਵੀ ਸੁਲੱਖਣੀ ਜੀ ਸੀਗਾ, ਬਟ ਇੱਥੇ ਗੁਰੂ ਹਰਰਾਏ ਜੀ ਦੇ ਮਹਿਲ ਦਾ ਨਾਮ ਵੀ ਸੁਲੱਖਣੀ ਜੀ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਬੱਚੇ, ਹੁਣ ਦੇਖੋ ਰਾਜੇ, ਜਿਹੜੇ ਬੱਚੇ ਹੈਗੇ ਆ ਗੁਰੂ ਹਰਰਾਏ ਜੀ ਦੇ, 2 ਬੱਚੇ, ਇੱਕ ਤਾਂ ਰਾਮ ਰਾਏ ਹੈ, ਇੱਕ ਹਰਕ੍ਰਿਸ਼ਨ ਜੀ ਹੈ। ਤਾਂ ਹਰਕ੍ਰਿਸ਼ਨ ਜੀ ਆਪਾਂ ਨੂੰ ਪਤਾ ਲੱਗ ਗਿਆ ਵੀ ਅੱਗੇ ਜਾ ਕੇ ਗੱਦੀ ਮਿਲੂਗੀ ਹਰਕ੍ਰਿਸ਼ਨ ਜੀ ਨੂੰ। ਬਟ ਰਾਮ ਰਾਏ ਦਾ ਵੀ ਇਤਿਹਾਸ ਦੇ ਵਿੱਚ ਬਹੁਤ ਜ਼ਿਕਰ ਆਉਂਦਾ ਹੈ। ਠੀਕ ਹੈ। ਰਾਮ ਰਾਏ ਦਾ ਇਤਿਹਾਸ ਦੇ ਵਿੱਚ ਜ਼ਿਕਰ ਕਿਉਂ ਆਉਂਦਾ ਉਹ ਮੈਂ ਲੇਟਰ ਔਨ ਡਿਸਕਸ ਕਰਦੇ ਹਾਂ। ਬਹੁਤ ਇੰਪੋਰਟੈਂਟ ਹੈ ਇਹ ਵੀ ਕੁਐਸਚਨ, ਆਪਣਾ ਪੀਪੀਐਸਸੀ ਦੇ ਵਿੱਚ ਵਾਰ-ਵਾਰ ਪੁੱਛਿਆ ਜਾਂਦਾ ਰਾਮ ਰਾਏ ਜੀ ਬਾਰੇ। ਠੀਕ ਹੈ। ਉਹ ਮੈਂ ਅੱਗੇ ਜਾ ਕੇ ਤੁਹਾਨੂੰ ਮੈਂ ਦੱਸਦਾ। ਫਿਲਹਾਲ ਦੀ ਘੜੀ ਤੁਸੀਂ ਸਿਰਫ ਇੰਨਾ ਕੁ ਯਾਦ ਰੱਖਣਾ ਹੈ ਕਿ ਇਹਨਾਂ ਦੇ 2 ਬੱਚੇ ਸੀਗੇ, ਰਾਮ ਰਾਏ ਤੇ ਹਰਕ੍ਰਿਸ਼ਨ ਜੀ। ਅੱਗੇ ਚੱਲਦੇ ਹਾਂ ਜੀ ਆਪਾਂ। ਗੁਰਤਾ ਗੱਦੀ ਇਹਨਾਂ ਨੇ ਸੰਭਾਲੀ ਹੈ ਜੀ 1644 ਤੋਂ ਲੈ ਕੇ 1661 ਤੱਕ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਜੀ ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ। ਹੁਣ ਕਾਫੀ ਫੈਕਟ ਨੇ ਜਿਹੜੇ ਤੁਹਾਨੂੰ ਮੈਂ ਬੋਲ ਕੇ ਦੱਸੂਗਾ, ਪਲੀਜ਼ ਨੋਟ ਕਰ ਲਿਓ ਕਾਪੀ ਤੇ, ਕਈ ਵਾਰੀ ਕੋਈ ਚੀਜ਼ਾਂ ਲਿਖਣ ਤੋਂ ਰਹਿ ਜਾਂਦੀਆਂ। ਹੁਣ ਮੁਗਲ ਬਾਦਸ਼ਾਹ ਇਹਨਾਂ ਦੇ ਟਾਈਮ ਤੇ ਕੌਣ ਸੀਗੇ ਜੀ, ਸ਼ਾਹਜਹਾਂ ਤੇ ਔਰੰਗਜ਼ੇਬ। ਹੁਣ ਆ ਗਿਆ ਜੀ ਸਾਰੀ ਕਹਾਣੀ ਜਿਹੜੀ ਤੁਹਾਨੂੰ ਮੈਂ ਦੱਸਣ ਵਾਲੀ ਬਣਦੀ ਹੈ। ਉਹ ਤੁਹਾਨੂੰ ਮੈਂ ਕਹਾਣੀ ਦੱਸਦਾ, ਪਹਿਲਾਂ ਮੈਂ ਪਿੱਛੇ ਚੱਲਦਾ ਕਹਾਣੀ। ਚਲੋ ਇੱਥੇ ਪਹਿਲਾਂ ਤੁਹਾਨੂੰ ਦੱਸਦਾ ਜਿਹੜੇ ਗੁਰੂ ਹਰ ਰਾਏ ਜੀ ਸੀ, ਸਭ ਤੋਂ ਪਹਿਲਾਂ ਇਹਨਾਂ ਨੇ ਕੰਮ ਕੀ ਕੀਤਾ ਸੀ, ਪਲੀਜ਼ ਨੋਟ ਕਰ ਲਿਓ। ਇਹਨਾਂ ਨੇ 2200 ਹਥਿਆਰਬੰਦ ਸੈਨਾ ਤਿਆਰ ਕੀਤੀ ਸੀਗੀ। ਠੀਕ ਹੈ। ਦੇਖੋ ਹੁਣ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ, ਆਪਾਂ ਨੂੰ ਐ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਸਿਰਫ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਥਿਆਰਬੰਦ ਸੈਨਾ ਰੱਖੀ ਸੀ, ਬਟ ਗੁਰੂ ਹਰਰਾਏ ਜੀ ਨੇ ਵੀ ਤਿਆਰ ਕੀਤੀ ਸੀਗੀ 2200 ਹਥਿਆਰਬੰਦ ਸੈਨਾ। ਠੀਕ ਹੈ। ਸੈਨਾ ਦੀ ਟੁਕੜੀ ਤਿਆਰ ਕੀਤੀ ਸੀਗੀ ਤੇ ਸੈਨਾ ਤਿਆਰ ਕੀਤੀ ਸੀਗੀ। ਤੇ ਇਸ ਤੋਂ ਬਾਅਦ ਜਿਹੜਾ ਗੁਰੂ ਜੀ ਨੇ ਇੱਕ ਮੇਨ ਕੰਮ ਕੀਤਾ ਤੁਹਾਨੂੰ ਮੈਂ ਦੱਸਦਾ। ਉਹ ਕੰਮ ਕੀ ਕੀਤਾ ਇਹ ਵੀ ਨੋਟ ਕਰਨ ਵਾਲਾ। ਇੱਕ ਸੀਗਾ ਬੰਦਾ ਦਾਰਾ ਸੇਖੋ। ਮੈਂ ਪਹਿਲਾਂ ਵੀ ਤੁਹਾਨੂੰ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਦਾਰਾ ਸੇਖੋ ਦਾ। ਦਾਰਾ ਸੇਖੋ ਕੌਣ ਸੀਗਾ ਬੇਟੇ, ਐਲਡਸਟ ਸਨ ਸੀਗਾ ਕਿਹਦਾ, ਐਲਡਸਟ ਸਨ ਸੀਗਾ ਇਹ। ਠੀਕ ਹੈ ਜੀ। ਸ਼ਾਹਜਹਾਂ ਦਾ ਤੇ ਬ੍ਰਦਰ ਸੀਗਾ ਔਰੰਗਜ਼ੇਬ ਦਾ। ਸ਼ਾਹਜਹਾਂ ਦਾ ਕੀ ਸੀਗਾ, ਵੱਡਾ ਮੁੰਡਾ,
ਤੇ ਬ੍ਰਦਰ ਕਿਹਦਾ ਸੀਗਾ ਇਹ? ਔਰੰਗਜ਼ੇਬ ਦਾ। ਔਰੰਗਜ਼ੇਬ ਦਾ ਕੀ ਸੀਗਾ? ਇਹ ਬ੍ਰਦਰ ਸੀਗਾ। ਇਹ ਨੋਟ ਕਰ ਲਿਓ। ਹੁਣ ਜਦੋਂ ਇਹ ਲੜਾਈ ਤੋਂ ਹਾਰ ਕੇ ਆਇਆ, ਕਿਸੇ ਇੱਕ ਸਮੂਹਗੜ੍ਹ ਦੀ ਲੜਾਈ ਹੋਈ ਸੀਗੀ, ਬੈਟਲ ਹੋਈ ਸੀ, ਉਹ 'ਚ ਇਹ ਹਾਰ ਗਿਆ ਸੀਗਾ ਤੇ ਇਹ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ ਸੀਗਾ ਤੇ ਉਸ ਟਾਈਮ ਤੇ ਹਸਪੀਟਲ ਤਾਂ ਹੁੰਦੇ ਨਹੀਂ ਸੀਗੇ। ਬਟ ਜਿਹੜੇ ਗੁਰੂ ਹਰ ਰਾਏ ਜੀ ਸੀਗੇ, ਇਹਨਾਂ ਨੇ ਕੀਰਤਪੁਰ ਸਾਹਿਬ ਵਿਖੇ ਨਾ ਇੱਕ ਇਹ ਨਾ ਆਯੁਰਵੈਦਿਕ ਜੜੀ ਬੂਟੀਆਂ ਦੇ ਨਾਲ ਇਲਾਜ ਕਰਦੇ ਹੁੰਦੇ ਸੀਗੇ। ਤਾਂ ਇਹਨਾਂ ਨੇ ਇੱਕ ਨਾ ਆਯੁਰਵੈਦਿਕ ਹਰਬਲ ਮੈਡੀਸਨ ਹਸਪੀਟਲ ਵੀ ਖੁਲਾਇਆ ਸੀਗਾ। ਇਹ ਵੀ ਨੋਟ ਕਰ ਲਿਓ ਰਾਜੇ, ਬਹੁਤ ਵਾਰੀ ਪੁੱਛਿਆ ਜਾਂਦਾ ਹੈ। ਆਯੁਰਵੈਦਿਕ ਹਰਬਲ ਮੈਡੀਸਨ ਹਸਪੀਟਲ, ਲਿਖਾਈ ਥੋੜੀ ਜਿਹੀ ਗੰਦੀ ਹੋ ਰਹੀ ਹੈ, ਬਸ ਨੋਟ ਕਰ ਲਿਓ। ਇਹਨਾਂ ਨੇ ਕੀਰਤਪੁਰ ਸਾਹਿਬ ਵਿਖੇ ਕੀ ਕੀਤਾ ਸੀਗਾ? ਬਣਾਇਆ ਸੀਗਾ ਤੇ ਉੱਥੇ ਦਾਰਾ ਸੇਖੂ ਦਾ ਕੀ ਕੀਤਾ ਸੀਗਾ? ਇਲਾਜ ਕੀਤਾ ਸੀ। ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ, ਚਾਹੇ ਦੁਸ਼ਮਣ ਵੀ ਗੁਰੂ ਘਰ ਆ ਜੇ ਤਾਂ ਗੁਰੂ ਘਰ ਦੀ ਰੀਤ ਹੈ ਕਿ ਉਹਨੂੰ ਸਿਰ ਮੱਥੇ ਉਹਦੀ ਸੇਵਾ ਕਰਨੀ। ਉਹ ਮਹਿਮਾਨ ਦੀ ਤੌਰ ਤੇ ਆਪਣੇ ਕੋਲੇ ਆਇਆ ਹੈ। ਤਾਂ ਗੁਰੂ ਜੀ ਨੇ ਐਂ ਕਹਿ ਲਓ ਕਿ ਇਹਨੂੰ ਬਲੈਸਡ ਕੀਤਾ, ਕਿ ਇਹਨੂੰ ਦਾਰਾ ਸੇਖੂ ਨੂੰ। ਤਾਂ ਪਹਿਲੀ ਗੱਲ ਤਾਂ ਇਹ, ਇਹਨਾਂ ਨੇ 2200 ਹਥਿਆਰਬੰਦ ਟੁਕੜੀ ਤਿਆਰ ਕੀਤੀ, ਦਾਰਾ ਸੇਖੂ ਨੂੰ ਕੀ ਕੀਤਾ? ਬਲੈਸਡ ਕੀਤਾ ਤੇ ਉਹਨੂੰ ਠੀਕ ਵੀ ਕੀਤਾ ਆਯੁਰਵੈਦਿਕ ਦਵਾਈਆਂ ਦੇ ਨਾਲ। ਤੇ ਫਿਰ ਕੁਝ ਲੋਕਾਂ ਨੇ ਗੱਲਾਂ ਬਚਾਤੀਆਂ ਭਾਈ ਔਰੰਗਜ਼ੇਬ ਦੇ ਕੋਲੇ। ਔਰੰਗਜ਼ੇਬ ਨੂੰ ਕਹਿੰਦੇ, ਭਾਈ ਔਰੰਗਜ਼ੇਬ ਗੱਦੀ ਤੇ ਬੈਠਾ ਸੀ ਉਸ ਟਾਈਮ ਤੇ, ਵੀ ਜਿਹੜਾ ਮਤਲਬ ਕਿ ਇਹ ਤੇਰਾ ਹੈਗਾ ਨਾ, ਮਤਲਬ ਕਿ ਭਰਾ, ਇਹ ਗੁਰੂ ਨਾਲ ਰਲ ਕੇ ਤੇ ਤੇਰੀ ਗੱਦੀ ਖੋਹਣ ਨੂੰ ਫਿਰਦਾ ਹੈ। ਤੇ ਇਹਨਾਂ ਨੇ ਇਹ ਗੱਲਾਂ ਪਹੁੰਚਾਤੀਆਂ ਆਪਣੇ ਕਿਹਦੇ ਕੋਲੇ? ਔਰੰਗਜ਼ੇਬ ਕੋਲੇ। ਜਦੋਂ ਇਹ ਗੱਲਾਂ ਪਹੁੰਚਾਤੀਆਂ ਤਾਂ ਗੁਰੂ ਹਰਿਰਾਏ ਜੀ ਕੋਲੇ ਗੱਲ ਆਈ। ਤਾਂ ਗੁਰੂ ਹਰਿਰਾਏ ਜੀ ਨੂੰ ਬੁਲਾਇਆ ਗਿਆ, ਸੁਨੇਹਾ ਭੇਜਿਆ ਗਿਆ, ਸੰਮਨ ਭੇਜਿਆ ਗਿਆ, ਭਾਈ ਤੁਸੀਂ ਔਰੰਗਜ਼ੇਬ ਦੇ ਉੱਥੇ ਆਓ ਤੇ ਆਪਣੇ ਕੀ ਕਰੋ? ਆਪਣਾ ਸਪਸ਼ਟੀਕਰਨ ਦਿਓ। ਤਾਂ ਗੁਰੂ ਹਰਿਰਾਏ ਜੀ ਨੇ ਫਿਰ ਕੀ ਕੀਤਾ ਜੀ? ਗੁਰੂ ਹਰਿਰਾਏ ਜੀ ਨੇ ਆਪਣੇ ਵੱਡੇ ਬੇਟੇ ਰਾਮ ਰਾਏ ਨੂੰ ਭੇਜਿਆ। ਕਿੱਥੇ? ਔਰੰਗਜ਼ੇਬ ਦੇ ਮਹਿਲ ਭੇਜਿਆ। ਤੇ ਉੱਥੇ ਜਾ ਕੇ ਇਹਨੇ ਕੀ ਕੀਤਾ ਭਾਈ? ਔਰੰਗਜ਼ੇਬ ਨੇ ਇਹਨੂੰ ਕਿਹਾ, ਰਾਮ ਰਾਏ ਨੂੰ ਕਿਹਾ, ਭਾਈ ਜਿਹੜਾ ਤੁਸੀਂ ਤੁਹਾਡਾ ਗ੍ਰੰਥ ਹੈਗਾ ਉਹਦੇ ਵਿੱਚ ਤੁਸੀਂ ਮੁਸਲਮਾਨਾਂ ਦੇ ਵਰਖਲਾਫ ਲਿਖਿਆ ਹੋਇਆ ਹੈ। ਤਾਂ ਰਾਮ ਰਾਏ ਨੇ ਕੀ ਕੀਤਾ ਭਾਈ? ਇੱਕ ਪੰਕਤੀ ਸੀਗੀ, ਉਹ ਪੰਕਤੀ ਕੀ ਕਰਤੀ? ਬਦਲਤੀ, ਜਾਣਬੁੱਝ ਕੇ ਬਦਲਤੀ। ਤੇ ਗੁਰੂ ਘਰ ਦੇ ਵਿੱਚ ਭਾਈ ਗੁਰਬਾਣੀ ਨੂੰ ਕੋਈ ਨਹੀਂ ਬਦਲ ਸਕਦਾ। ਜਿਹੜਾ ਬਦਲਦਾ ਉਹ ਦੁਖੀ ਹੁੰਦਾ ਹੈ, ਚਾਹੇ ਉਹ ਗੁਰੂ ਖੁਦ ਕਿਉਂ ਆਪ ਹੀ ਕਿਉਂ ਨਾ ਹੋਵੇ। ਠੀਕ ਹੈ, ਆਪਾਂ ਬਾਈ ਮਿਸਟੇਕ ਗਲਤੀ ਨਾਲ ਬੋਲ ਸਕਦੇ ਹਾਂ ਕਿ ਵੀਰ ਆਪਣੇ ਤੋਂ ਗਲਤ ਸਪੈਲ ਹੋ ਸਕਦਾ, ਬਟ ਜਿਹੜਾ ਜਾਣ ਕੇ ਉਹਨੂੰ ਕੱਟ ਵੱਢ ਕਰਕੇ ਉਹਨੂੰ ਤਰੋੜਨ ਮਰੋੜਨ ਦੀ ਕੋਸ਼ਿਸ਼ ਕਰੇ, ਉਹ ਗੁਰੂ ਘਰ ਦਾ ਦੁੱਖ ਹੀ ਹੁੰਦਾ ਹੈ। ਉਸ ਟਾਈਮ ਤੇ ਇਹ ਉਹਨੂੰ ਤਨਖਾਹੀਆ ਕਰਾਰ ਕੀਤਾ ਜਾਂਦਾ ਸੀਗਾ। ਤਾਂ ਗੁਰੂ ਰਾਮ ਰਾਏ ਨੇ ਕੀ ਕੀਤਾ ਜੀ? ਉਹਨੂੰ ਖੁਸ਼ ਕਰਨ ਵਾਸਤੇ ਔਰੰਗਜ਼ੇਬ ਨੂੰ, ਉਹਨੇ ਇੱਥੇ ਆ ਕੇ ਇੱਕ ਲਾਈਨ ਪੜ੍ਹੀ, ਇੱਕ ਤੁਕ ਪੜ੍ਹੀ, ਇੱਕ ਆਇਤ ਪੜ੍ਹੀ। ਉਹ ਆਇਤ ਕਿਹੜੀ ਸੀਗੀ? ਤੁਹਾਨੂੰ ਮੈਂ ਦੱਸਦਾ। ਉਹ ਆਉਂਦੀ ਹੈ ਜੀ, ਮਹੱਲਾ ਪਹਿਲਾ, ਮਿੱਟੀ ਮੁਸਲਮਾਨ ਕੀ ਪੈੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਉਹਨੇ ਉੱਥੇ ਮਿੱਟੀ ਮੁਸਲਮਾਨ ਕੀ ਜਗ੍ਹਾ ਤੇ ਮਿੱਟੀ ਬੇਈਮਾਨ ਦੀ ਕਹਿਤਾ। ਕਹਿੰਦਾ ਜੀ ਲਿਖਾਰੀ ਤੋਂ ਗਲਤੀ ਹੋ ਗਈ, ਇੱਥੇ ਮੁਸਲਮਾਨ ਦੀ ਜਗ੍ਹਾ ਤੇ ਕੀ ਹੈ? ਬੇਈਮਾਨ ਹੈ। ਮਤਲਬ ਜਾਣ ਕੇ ਉਹਨੇ ਖੁਸ਼ ਕਰਨ ਦੇ ਮਾਰੇ ਕਹਿਤਾ। ਤੇ ਗੁਰੂ ਹਰਿਰਾਏ ਜੀ ਬਹੁਤ ਜ਼ਿਆਦਾ ਉਹ ਕੀ ਹੋਏ? ਨਾਰਾਜ਼ ਹੋਏ। ਉਹਨਾਂ ਨੇ ਬੇਦਖਲ ਕਰਤਾ ਸੀਗਾ ਰਾਮ ਰਾਏ ਨੂੰ। ਤਾਂ ਹੀ ਅੱਗੇ ਜਾ ਕੇ ਗੱਦੀ ਕਿਹਨੂੰ ਮਿਲੂਗੀ? ਹਰਕ੍ਰਿਸ਼ਨ ਜੀ ਨੂੰ ਮਿਲੂਗੀ। ਹੁਣ ਤੁਹਾਨੂੰ ਮੈਂ ਵੈਸੇ ਵੀ ਅਰਥ ਸਮਝਾਦਾ, ਜੇ ਕੋਈ ਉਹ ਮਾੜਾ ਮੋਟਾ ਵੀ ਉਹਨੂੰ ਗਿਆਨ ਹੁੰਦਾ, ਰਾਮ ਰਾਏ ਜੀ ਨੂੰ ਹੁੰਦਾ, ਜਾਂ ਫਿਰ ਉਹ ਮੁਗਲਾਂ ਨੂੰ ਹੁੰਦਾ। ਚਲੋ ਮੁਗਲਾਂ ਨੂੰ ਤਾਂ ਹੋਣਾ ਹੀ ਕੀ ਸੀਗਾ, ਸਿੱਖ ਧਰਮ ਦਾ ਇਹ ਗ੍ਰੰਥ ਸੀਗਾ, ਉਹਨਾਂ ਨੇ ਪੜ੍ਹਨਾ ਹੀ ਨਹੀਂ ਸੀਗਾ। ਇਹਦਾ ਅਸਲੀ ਕਾਰਨ ਕੀ ਹੈ? ਅਗਰ ਇਹਦੀ ਆਪਾਂ ਵਿਆਖਿਆ ਕਰੀਏ, ਤੁਹਾਡੀ ਨੌਲੇਜ ਵਾਸਤੇ ਦੱਸ ਰਹੇ ਹਾਂ, ਇਹ ਇੱਥੇ ਕੋਈ ਮੁਸਲਮਾਨਾਂ ਦੀ ਆਪਾਂ ਉਹ ਗੁਰੂ ਸਾਹਿਬ ਜੀ ਨੇ ਉਹ ਨਹੀਂ ਕੀਤੀ ਗਈ। ਸਿੱਖ ਧਰਮ ਦੇ ਵਿੱਚ ਹਮੇਸ਼ਾ ਇਹ ਰਿਹਾ ਕਿ ਕਿਸੇ ਧਰਮ ਨੂੰ ਨੀਵਾਂ ਨਹੀਂ ਦਿਖਾਇਆ ਗਿਆ, ਹਮੇਸ਼ਾ ਹਰੇਕ ਧਰਮ ਦਾ ਸਤਿਕਾਰ ਕੀਤਾ ਗਿਆ। ਮਿੱਟੀ ਮੁਸਲਮਾਨ ਕੀ ਪੈੜੇ ਪਈ ਘੁਮਿਆਰ ਦਾ ਮਤਲਬ ਹੈ ਕਿ ਗੁਰੂ ਸਾਹਿਬ ਜੀ ਕਹਿੰਦੇ ਹੈ ਕਿ ਮੰਨ ਲਓ ਹਿੰਦੂ ਲੋਕ ਕੀ ਕਰਦੇ ਨੇ, ਜਦੋਂ ਕੋਈ ਡੈਥ ਹੋ ਜਾਂਦੀ ਹੈ ਆਪਾਂ ਸੰਸਕਾਰ ਕਰ ਦਿੰਦੇ ਹਾਂ, ਸਿੱਖ ਵੀ ਸੰਸਕਾਰ ਕਰਦੇ ਨੇ, ਕੀ ਮਤਲਬ ਕਿ ਸਰੀਰ ਨੂੰ ਸਾੜ ਦਿੰਦੇ ਨੇ। ਮੁਸਲਮਾਨ ਕੀ ਕਰਦੇ ਨੇ? ਉਹਨੂੰ ਦੱਬ ਦਿੰਦੇ ਨੇ। ਮੁਸਲਮਾਨ ਕਹਿੰਦੇ ਆ ਕਿ ਅਸੀਂ ਸਾੜਦੇ ਨਹੀਂ, ਸਰੀਰ ਨੂੰ ਸਾੜਨਾ ਨਹੀਂ ਚਾਹੀਦਾ, ਉਹਨੂੰ ਦੱਬਣਾ ਚਾਹੀਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਆ ਭਾਵੇਂ ਸਾੜ ਦੋ ਭਾਵੇਂ ਦੱਬ ਦੋ, ਮਰਨ ਤੋਂ ਬਾਅਦ ਆਤਮਾ ਨਿਕਲ ਜਾਂਦੀ ਹੈ, ਸਰੀਰ ਇੱਕ ਮਿੱਟੀ ਹੈ। ਤਾਂ ਜਿਹੜੀ ਮਿੱਟੀ ਮੰਨ ਲਓ ਕਬਰ ਦੀ ਹੈਗੀ ਆ, ਕਿਸੇ ਨਾ ਕਿਸੇ ਟਾਈਮ ਤੇ ਉਹ ਘੁਮਿਆਰ ਦੇ ਕੀ ਚੜ ਜਾਂਦੀ ਆ? ਹੱਥ ਚੜ ਜਾਂਦੀ ਆ। ਘੁਮਿਆਰ ਉਹਦੇ ਭਾਂਡੇ ਬਣਾਉਂਦਾ, ਭਾਂਡੇ ਕੱਚੇ ਹੁੰਦੇ ਆ, ਉਹਨੂੰ ਪਕਾਉਣ ਵਾਸਤੇ ਵੀ ਅੱਗ 'ਚ ਰੱਖਦਾ। ਤਾਂ ਉਹ ਤਾਂ ਇੱਥੇ ਲਿਖੀ ਗਈ ਸੀ, ਇਨਸਾਨ ਨੂੰ ਸਮਝਾਉਣ ਵਾਸਤੇ ਇਹ ਆਇਤ ਲਿਖੀ ਗਈ ਆ, ਮਿੱਟੀ ਮੁਸਲਮਾਨ ਕੀ ਪੈੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਹਨਾ, ਤਾਂ ਇਹ ਇੱਥੇ ਸਮਝਾਉਣ ਦਾ ਮਕਸਦ ਸੀਗਾ। ਬਟ ਉਹਨੇ ਕੀ ਕੀਤਾ? ਤਰੋੜ ਮਰੋੜ ਦਿੱਤੀ ਤੇ ਮਿੱਟੀ ਮੁਸਲਮਾਨ ਦੀ ਜਗ੍ਹਾ ਤੇ ਉਹਨੇ ਮਿੱਟੀ ਬੇਈਮਾਨ ਦੀ ਕਹਿਤੀ। ਤੇ ਗੁਰੂ ਜੀ ਬਹੁਤ ਨਾਰਾਜ਼ ਹੋਏ ਤੇ ਉਹਨੂੰ ਕੀ ਕਰਤਾ? ਉਹਨੂੰ ਬੇਦਖਲ ਕਰਤਾ। ਤਾਂ ਹੀ ਅੱਗੇ ਜਾ ਕੇ ਗੱਦੀ ਕਿਹਨੂੰ ਮਿਲੂਗੀ? ਆਪਣੇ ਗੁਰੂ ਹਰਕ੍ਰਿਸ਼ਨ ਜੀ ਨੂੰ ਮਿਲੂਗੀ। ਚਲੋ ਜੀ, ਅੱਗੇ ਜਿਹੜਾ ਮੋਸਟ ਇੰਪੋਰਟੈਂਟ ਪੁਆਇੰਟ ਹੈਗਾ ਜੀ, ਇਹਨਾਂ ਨੇ ਬਲੈਸਡ ਕੀਤਾ ਇੱਕ ਫੂਲ, ਬੱਚਾ ਸੀਗਾ, ਉਹਦਾ ਨਾਂ ਸੀਗਾ ਫੂਲ। ਅੱਗੇ ਜਾ ਕੇ ਉਹ ਬੱਚਾ, ਇਹ ਗੁਰੂ ਜੀ ਮਾਲ ਵਿੱਚ ਗਏ ਸੀ ਉਸ ਟਾਈਮ ਤੇ ਮਿਲਿਆ ਸੀਗਾ।
ਇਹੀ ਬੱਚਾ ਅੱਗੇ ਜਾ ਕੇ ਕੀ ਬਣਦਾ, ਫਾਊਂਡਰ ਬਣਦਾ, ਪਟਿਆਲਾ, ਨਾਭਾ ਤੇ ਜਿਹੜੀ ਜੀਂਦ ਜਿਹੜੀ ਆਪਣੀ ਰਿਆਸਤ ਹੈਗੀ ਹੈ ਨਾ, ਇਹਦਾ ਫਾਊਂਡਰ ਬਣਦਾ ਅੱਗੇ ਜਾ ਕੇ। ਤੇ ਦਾਰਾ ਸਿੱਖੋ ਤੁਹਾਨੂੰ ਮੈਂ ਦੱਸ ਹੀ ਦਿੱਤਾ, ਦਾਰਾ ਸਿੱਖੋ ਕੌਣ ਸੀਗਾ, ਸ਼ਾਹਜਹਾਂ ਦਾ ਵੱਡਾ ਪੁੱਤਰ ਤੇ ਆਪਣੇ ਔਰੰਗਜ਼ੇਬ ਦਾ ਭਰਾ ਸੀਗਾ, ਜਿਹਨੂੰ ਗੁਰੂ ਜੀ ਨੇ ਠੀਕ ਕੀਤਾ ਸੀਗਾ ਹਰਬਲ ਮੈਡੀਸਨ ਦੇ ਨਾਲ। ਚਲੋ ਜੀ ਆਪਾਂ ਅੱਗੇ ਚੱਲਦੇ ਹਾਂ। ਹੁਣ ਜੋਤੀ ਜੋਤ ਇਹ ਵੀ ਮੋਸਟ ਇੰਪੋਰਟੈਂਟ ਹੈ ਰਾਜੇ। ਜੋਤੀ ਜੋਤ ਸਮਾਏ ਸੀਗੇ 1661 ਦੇ ਵਿੱਚ ਕੀਰਤਪੁਰ ਸਾਹਿਬ ਵਿਖੇ। ਇਹ ਮੈਂ ਤਾਂ ਕਹਿ ਰਿਹਾ, ਦੇਖੋ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਇਹਨਾਂ ਦਾ ਜਨਮ ਵੀ ਕੀਰਤਪੁਰ ਸਾਹਿਬ ਵਿਖੇ ਹੋਇਆ ਤੇ ਇਹ ਜੋਤੀ ਜੋਤ ਵੀ ਕੀਰਤਪੁਰ ਸਾਹਿਬ ਵਿਖੇ ਹੀ ਸਮਾਏ ਸੀਗੇ। ਪੇਪਰ ਦੇ ਵਿੱਚ 101% ਪੁੱਛਿਆ ਜਾਂਦਾ ਹੈ ਕਿ ਕਿਹੜੇ ਗੁਰੂ ਸਾਹਿਬ ਜੀ ਦੇ ਜਨਮ ਸਥਾਨ ਤੇ ਜੋਤੀ ਜੋਤ ਸਥਾਨ ਸੇਮ ਹੈ। ਬਾਕੀ ਸਾਰੇ ਗੁਰੂਆਂ ਜੀ ਦਾ ਅਲੱਗ ਹੈ, ਜਨਮ ਸਥਾਨ ਅਲੱਗ ਹੈ, ਜੋਤੀ ਜੋਤ ਦਿਵਸ ਸਥਾਨ ਅਲੱਗ ਹੈ। ਸਿਰਫ ਇਕੱਲੇ ਗੁਰੂ ਹਰਿਰਾਏ ਜੀ ਹੈ ਜਿਨ੍ਹਾਂ ਦਾ ਜੋਤੀ ਜੋਤ ਤੇ ਜਨਮ ਸਥਾਨ ਕੀ ਹੈ, ਇੱਕੋ ਹੀ ਹੈ। ਕਿਹੜਾ? ਕੀਰਤਪੁਰ ਸਾਹਿਬ। ਇਹ ਯਾਦ ਰੱਖਿਓ ਬੇਟੇ, ਬਹੁਤ ਵਾਰੀ ਪੁੱਛਿਆ ਜਾਂਦਾ ਹੈ ਔਰ ਵਾਰ-ਵਾਰ ਤੁਹਾਨੂੰ ਪੁੱਛਿਆ ਜਾਊਗਾ ਐਗਜ਼ਾਮ ਦੇ ਵਿੱਚ। ਕਲੀਅਰ ਹੈ ਜੀ? ਆਈ ਹੋਪ ਗੁਰੂ ਹਰਿਰਾਏ ਜੀ ਦੇ ਬਾਰੇ ਵੀ ਆਪਾਂ ਸਾਰਾ ਕੁਝ ਪੜ੍ਹ ਲਿਆ। ਹੁਣ ਆਪਾਂ ਅੱਗੇ ਚੱਲਦੇ ਹਾਂ ਜੀ, ਅੱਗੇ ਪੜਾਂਗੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਰੇ ਜਦੋਂ ਵੀ ਆਪਾਂ ਗੱਲ ਕਰਦੇ ਹਾਂ, ਆਪਣੇ ਕੋਲੇ ਇੱਕ ਤਸਵੀਰ ਆ ਜਾਂਦੀ ਹੈ ਛੋਟੇ ਬੱਚੇ ਦੀ, ਕਹਿ ਲਓ ਹਨਾ। ਵੈਸੇ ਤਾਂ ਉਹ ਉਮਰ ਦੇ ਵਿੱਚ ਛੋਟੇ ਬੱਚੇ ਨੇ ਲੇਕਿਨ ਪਹੁੰਚੇ ਹੋਏ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਇਹ ਇਕੱਲੇ ਇਕਲੌਤੇ ਗੁਰੂ ਨੇ ਜਿਹੜੇ ਕਿ 5 ਸਾਲ ਦੀ ਉਮਰ ਦੇ ਵਿੱਚ ਕੀ ਹੋ ਗਏ ਸੀ, ਗੱਦੀ ਤੇ ਬਹਿ ਗਏ ਸੀਗੇ ਤੇ 8 ਸਾਲ ਦੀ ਇਹਨਾਂ ਦੀ ਉਮਰ ਸੀਗੀ ਸਾਰੀ। 8 ਸਾਲ ਇਹਨਾਂ ਨੇ ਪੂਰੀ ਉਮਰ ਸੀਗੀ ਇਹਨਾਂ ਦੀ, ਉਦੋਂ ਬਾਅਦ ਇਹਨਾਂ ਦੀ ਡੈਥ ਹੋ ਗਈ ਸੀਗੀ। ਕੀ ਕਾਰਨ ਸੀਗਾ ਡੈਥ ਦਾ, ਉਹ ਆਪਾਂ ਪੜ੍ਹਦੇ ਹਾਂ। ਪਹਿਲਾਂ ਚੱਲਦੇ ਹਾਂ ਜੀ ਆਪਾਂ ਇਹਨਾਂ ਦੇ ਜਨਮ ਸਥਾਨ। ਜਨਮ ਸਥਾਨ ਰਾਜੇ ਇਹਨਾਂ ਦਾ ਕੀਰਤਪੁਰ ਸਾਹਿਬ ਹੈ, ਕਿਉਂਕਿ ਗੁਰੂ ਹਰਿਰਾਏ ਜੀ ਵੀ ਕੀਰਤਪੁਰ ਰਹੇ ਨੇ ਤੇ ਗੁਰੂ ਹਰਗੋਬਿੰਦ ਜੀ ਵੀ ਕੀਰਤਪੁਰ ਰਹੇ ਨੇ। ਮਾਤਾ ਪਿਤਾ ਤੁਹਾਨੂੰ ਮੈਂ ਦੱਸ ਹੀ ਦਿੰਦਾ ਰਾਜੇ। ਗੁਰੂ ਹਰਿਰਾਏ ਜੀ ਇਹਨਾਂ ਦੇ ਪਿਤਾ ਸੀਗੇ ਤੇ ਮਾਤਾ ਸੁਲੱਖਣੀ ਕੀ ਸੀਗੇ ਇਹਨਾਂ ਦੇ ਮਾਤਾ ਜੀ ਦਾ ਨਾਮ ਸੀਗਾ। ਗੁਰਤਾ ਗੱਦੀ ਮੋਸਟ ਇੰਪੋਰਟੈਂਟ ਹੈ ਰਾਜੇ। ਗੁਰਤਾ ਗੱਦੀ 1661 ਤੋਂ ਲੈ ਕੇ 64 ਤੱਕ 5 ਸਾਲ ਹੀ ਗੱਦੀ ਤੇ ਰਹੇ ਨੇ ਇਹ, ਠੀਕ ਹੈ। ਤੇ 5 ਸਾਲ ਹੀ ਗੱਦੀ ਤੇ ਰਹੇ ਨੇ ਤੇ 8 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਕੀ ਹੋ ਗਿਆ ਸੀਗਾ, ਡੈਥ ਹੋ ਗਈ ਸੀਗੀ। ਹੁਣ ਡੈਥ ਕਿਉਂ ਹੋਈ ਹੈ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ। ਪਹਿਲਾਂ ਆਪਾਂ ਗੱਲ ਚੱਲਦੇ ਹਾਂ। ਹੁਣ ਦੇਖੋ ਮੋਸਟ ਇੰਪੋਰਟੈਂਟ ਪੁਆਇੰਟ ਕੀ ਹੈ ਰਾਜੇ, ਇਹਨਾਂ ਨੂੰ ਬਾਲਾ ਪੀਰ ਬਾਲਾ ਪ੍ਰੀਤਮ ਕਹਿੰਦੇ ਆ। ਕਿਉਂ ਕਹਿੰਦੇ ਆ? ਕਿਉਂਕਿ ਦੇਖੋ ਉਮਰ ਛੋਟੀ ਸੀਗੀ। ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਬਾਲੜਾ, ਬਾਲਾ, ਠੀਕ ਹੈ। ਛੋਟੀ ਜਿਵੇਂ ਛੋਟੇ ਬਾਲ ਕਹਿ ਦਿੰਦੇ ਆ, ਛੋਟੇ ਪੰਜਾਬੀ ਦੇ ਵਿੱਚ ਠੇਠ ਵਰਡ ਹੈ ਬਾਲ, ਬੱਚੇ ਨੂੰ ਬਾਲ ਕਹਿ ਦਿੰਦੇ ਆ। ਤਾਂ ਇਹਨਾਂ ਨੂੰ ਸਭ ਤੋਂ ਛੋਟੇ ਗੁਰੂ ਸੀਗੇ ਉਮਰ ਦੇ ਵਿੱਚ, ਤਾਂ ਇਹਨਾਂ ਨੂੰ ਬਾਲਾ ਪ੍ਰੀਤਮ ਤੇ ਬਾਲਾ ਪੀਰ ਕਿਹਾ ਜਾਂਦਾ ਹੈ। ਕਲੀਅਰ ਹੈ ਜੀ? ਅੱਗੇ ਚੱਲਦੇ ਹਾਂ ਜੀ ਆਪਾਂ। ਹੁਣ ਗੱਲ ਕਰਦੇ ਹਾਂ। ਹੁਣ ਗੁਰੂ ਜੀ ਕੀ ਹੋਇਆ ਜੀ, ਗੁਰੂ ਜੀ ਤੁਹਾਨੂੰ ਮੈਂ ਪਿੱਛੇ ਪੜ੍ਹਾ ਕੇ ਆਇਆ ਰਾਮ ਰਾਏ। ਰਾਮ ਰਾਏ ਬਾਰੇ ਪੜ੍ਹਾ ਕੇ ਆਇਆ। ਰਾਮ ਰਾਏ ਕੌਣ ਸੀਗੇ? ਗੁਰੂ ਹਰਕ੍ਰਿਸ਼ਨ ਜੀ ਦੇ ਭਰਾ ਸੀਗੇ ਤੇ ਗੁਰੂ ਹਰਿਰਾਏ ਜੀ ਦੇ ਬੇਟੇ ਸੀਗੇ, ਜਿਨ੍ਹਾਂ ਨੇ ਪੰਕਤੀ ਨੂੰ ਤਰੋੜਿਆ ਮਰੋੜਿਆ ਸੀਗਾ। ਤੇ ਜਦੋਂ ਗੁਰੂ ਹਰਕ੍ਰਿਸ਼ਨ ਜੀ ਨੂੰ ਗੱਦੀ ਮਿਲ ਗਈ ਤਾਂ ਰਾਮ ਰਾਏ ਨੇ ਸੋਚਿਆ ਯਾਰ ਮੈਨੂੰ ਤਾਂ ਗੱਦੀ ਮਿਲਣੀ ਚਾਹੀਦੀ ਆ। ਇਹਨੇ ਕੀ ਕੀਤਾ ਜੀ, ਇਹਨੇ ਗੱਦੀ ਤੇ ਹੱਕ ਜਤਾਇਆ ਰਾਮ ਰਾਏ ਨੇ, ਬਟ ਸੰਗਤਾਂ ਨੇ ਨਕਾਰਤਾ। ਇਹਨਾਂ ਨੂੰ ਪਤਾ ਸੀ ਸੰਗਤਾਂ ਨੂੰ ਕਿ ਇਹਨਾਂ ਦੀ ਜਿਹੜੀ ਨੀਅਤ ਆ ਠੀਕ ਨਹੀਂ ਹੈਗੀ ਗੀ। ਤਾਂ ਇਹਨਾਂ ਨੇ ਰਾਮ ਰਾਏ ਜੀ ਨੇ ਕੀ ਕੀਤਾ ਜੀ, ਔਰੰਗਜ਼ੇਬ ਦੇ ਨਾਲ ਮਿਲ ਕੇ ਮਤਲਬ ਕਿ ਗੁਰੂ ਜੀ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਕਹਿ ਲਓ ਗੁਰੂ ਜੀ ਤੋਂ ਧੱਕਾ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਇਹਨਾਂ ਨੇ ਇੱਕ ਸੰਮਨ ਭੇਜਿਆ ਉਸ ਟਾਈਮ ਤੇ। ਦੇਖੋ ਜਿਵੇਂ ਆਪਾਂ ਨੂੰ ਅੱਜ ਕੱਲ੍ਹ ਗਵਰਨਮੈਂਟ ਦੇ ਸੰਮਨ ਆਉਂਦੇ, ਉਸ ਟਾਈਮ ਤੇ ਸਰਕਾਰ ਕਿਹਦੀ ਸੀਗੀ, ਔਰੰਗਜ਼ੇਬ ਦੀ ਸੀਗੀ। ਇਹਨਾਂ ਨੇ ਇੱਕ ਸੰਮਨ ਭੇਜਿਆ ਗੁਰੂ ਜੀ ਨੂੰ, ਗੁਰੂ ਹਰਕ੍ਰਿਸ਼ਨ ਜੀ ਨੂੰ, ਕਿ ਤੁਸੀਂ ਦਿੱਲੀ ਆ ਕੇ ਆਪਣਾ ਕੀ ਕਰੋ, ਪੱਖ ਦੱਸੋ ਵੀ ਤੁਸੀਂ ਗੱਦੀ ਤੇ ਬੈਠਣ ਯੋਗ ਕਿਉਂ ਹੈਗੇ ਆ। ਤਾਂ ਗੁਰੂ ਜੀ ਕੀ ਹੋਇਆ ਜੀ, ਆਪਣੇ ਮਾਤਾ ਤੇ ਆਪਣੀ ਦਾਦੀ ਦੇ ਨਾਲ, ਮਾਤਾ ਜਿਹੜੇ ਸੁਲੱਖਣੀ ਜੀ ਤੇ ਦਾਦੀ ਜੀ ਨਾਲ, ਠੀਕ ਹੈ, ਇਹ ਕਿੱਥੇ ਚੱਲ ਪਏ, ਇਹ ਦਿੱਲੀ ਚੱਲ ਪਈ, ਠੀਕ ਹੈ। ਦਿੱਲੀ ਵੱਲ ਨੂੰ ਕੀ ਹੋ ਗਏ, ਚਲੇ ਗਏ। ਤਾਂ ਦਿੱਲੀ ਵੱਲ ਜਦੋਂ ਜਾਂਦੇ ਆ ਤਾਂ ਰਾਜੇ ਦਿੱਲੀ ਵਿੱਚ ਜਾ ਕੇ ਇੱਕ ਰਹਿੰਦੇ ਕਿੱਥੇ ਆ, ਇੱਕ ਮਿਰਜ਼ਾ ਜੈ ਸਿੰਘ ਹੁੰਦਾ ਹੈ। ਮਿਰਜ਼ਾ ਜੈ ਸਿੰਘ ਰਾਏ ਸਿਨਾ ਦਾ ਘਰ ਸੀਗਾ, ਇੱਕ ਰਾਜਾ ਸੀਗਾ, ਉਹਦਾ ਇੱਕ ਘਰ ਸੀਗਾ ਜਿਹਨੂੰ ਅੱਜ ਕੱਲ੍ਹ ਆਪਾਂ ਗੁਰਦੁਆਰਾ ਬੰਗਲਾ ਸਾਹਿਬ ਕਹਿੰਦੇ ਆ। ਜਿਹਨੂੰ ਅੱਜ ਕੱਲ੍ਹ ਆਪਾਂ ਕੀ ਕਹਿ ਦਿੰਦੇ ਆ ਰਾਜੇ, ਗੁਰਦੁਆਰਾ ਬੰਗਲਾ ਸਾਹਿਬ। ਆ ਸਾਰਿਆਂ ਨੇ ਦੇਖਿਆ ਹੀ ਹੋਊਗਾ ਬੇਟੇ, ਜਿਹੜੇ ਦਿੱਲੀ ਗਏ ਹੋਣਗੇ ਮੱਥਾ ਵੀ ਟੇਕਿਆ ਹੋਊਗਾ। ਤਾਂ ਉਹ ਪਹਿਲਾਂ ਇਹ ਕੁਐਸਚਨ ਐਗਜ਼ਾਮ 'ਚ ਪੁੱਛਿਆ ਜਾਂਦਾ ਕਿ ਬੰਗਲਾ ਸਾਹਿਬ ਜਾਂ ਬੰਗਲਾ ਸਾਹਿਬ ਦਾ ਪਹਿਲਾ ਨਾਮ ਕੀ ਸੀਗਾ, ਜਾਂ ਪਹਿਲਾਂ ਇਹ ਕਿਹਦਾ ਘਰ ਸੀਗਾ। ਤਾਂ ਮਿਰਜ਼ਾ ਜੈ ਸਿੰਘ ਦਾ ਘਰ ਸੀਗਾ, ਇਹ ਯਾਦ ਰੱਖਿਓ। ਤੇ ਅੱਜ ਕੱਲ੍ਹ ਇਹਨੂੰ ਗੁਰਦੁਆਰਾ ਬੰਗਲਾ ਸਾਹਿਬ ਕਹਿੰਦੇ। ਇੱਥੇ ਕੀ ਰਹੇ ਸੀ, ਗੁਰੂ ਹਰਕ੍ਰਿਸ਼ਨ ਜੀ ਰਹੇ ਸੀਗੇ। ਤੇ ਉਸ ਤੋਂ ਬਾਅਦ ਜਦੋਂ ਗੁਰੂ ਜੀ ਦਿੱਲੀ ਗਏ ਤਾਂ ਉੱਥੇ ਇੱਕ ਨਾ ਚੇਚਕ ਦੀ ਬਿਮਾਰੀ ਬਹੁਤ ਫੈਲੀ ਹੋਈ ਸੀਗੀ। ਤਾਂ ਗੁਰੂ ਸਾਹਿਬ ਜੀ ਮਤਲਬ ਕਿ ਔਰੰਗਜ਼ੇਬ ਕੋਲੇ ਜਾਣ ਦੀ ਬਜਾਏ ਕੀ ਹੋ ਗਿਆ, ਇਹ ਸੰਗਤਾਂ ਦੀ ਕੀ ਸੇਵਾ ਦੇ ਵਿੱਚ ਲੱਗ ਗਏ। ਚੇਚਕ ਦੇ ਵਿੱਚ ਦਿਨ ਰਾਤ ਇਹਨਾਂ ਨੇ ਸੇਵਾ ਕੀਤੀ। ਸੇਵਾ ਕਰਦੇ ਕਰਦੇ ਇਹਨਾਂ ਨੂੰ ਆਪ ਕੀ ਹੋ ਗਈ, ਚੇਚਕ ਦੀ ਬਿਮਾਰੀ ਹੋ ਗਈ, ਜਾਂ ਕਹਿ ਦਿਓ ਮਾਤਾ ਦੀ ਬਿਮਾਰੀ ਹੋ ਗਈ, ਜਿਹਨੂੰ ਆਪਾਂ ਠੇਠ ਪੰਜਾਬੀ ਚ ਮਾਤਾ ਕਹਿ ਦਿੰਦੇ ਕਿ ਮਾਤਾ ਨਿਕਲ ਆਈ। ਤਾਂ ਉਹ ਮਾਤਾ ਦੀ ਬਿਮਾਰੀ ਹੋ ਗਈ ਬਾਬਾ ਜੀ ਨੂੰ, ਤੇ ਬਿਮਾਰੀ ਹੋਣ ਦੇ ਕਾਰਨ ਬਾਬਾ ਜੀ ਦੇ ਕੀ ਹੋ ਗਏ ਜੀ, ਜੋਤੀ ਜੋਤ ਹੋ ਗਈ, ਜੋਤੀ ਤੇ ਸਮਾ ਗਏ, ਸਵਾਸ ਚਲੇ ਗਏ। ਬਟ ਸਵਾਸ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ, ਉਸ ਤੋਂ ਪਹਿਲਾਂ ਵੀ ਇੱਕ ਕਹਾਣੀ ਹੈਗੀ ਜਿਹੜੀ ਕਿ ਬਹੁਤ ਮੋਸਟ ਇੰਪੋਰਟੈਂਟ ਹੈ, ਤਾਂ ਹੀ ਆਪਾਂ ਨੂੰ ਅੱਗੇ ਜਾ ਕੇ ਸਮਝ ਆਊਗੀ, ਅਦਰਵਾਈਜ਼ ਆਪਾਂ ਨੂੰ ਸਮਝ ਨਹੀਂ ਆਊਗੀ। ਅੱਛਾ ਜੀ, ਅਗਰ ਆਪਾਂ ਮੁਗਲ ਬਾਦਸ਼ਾਹ ਦੀ ਗੱਲ ਕਰੀਏ, ਤੁਹਾਨੂੰ ਮੈਂ ਦੱਸਿਆ ਹੀ ਆ ਔਰੰਗਜ਼ੇਬ, ਇਹ ਯਾਦ ਰੱਖਣਾ। ਤੇ ਜੋਤੀ ਜੋਤ ਸਮਾਏ ਸੀ 1664 ਦੇ ਵਿੱਚ ਦਿੱਲੀ ਵਿਖੇ। ਹੁਣ ਜਦੋਂ
ਕੀ ਹੋਇਆ ਸੀਗਾ ਭਾਈ ਜਦੋਂ ਆਖਰੀ ਸਮਾਂ ਸੀਗਾ, ਜਦੋਂ ਬਾਬਾ ਜੀ ਮਤਲਬ ਕਿ ਬਿਮਾਰੀ ਹੋਈ ਸੀ, ਬਾਬਾ ਜੀ ਨੂੰ ਸਵਾਸ ਚੱਲ ਰਹੇ ਸੀਗੇ, ਤਾਂ ਇਹਨਾਂ ਦੀ ਮਾਤਾ ਜੀ ਨੇ ਪੁੱਛਿਆ ਕਿ ਨਾਲ ਸੰਗਤ ਨੇ ਵੀ ਪੁੱਛਿਆ ਕਿ ਬਾਬਾ ਜੀ ਜੇ ਤੁਸੀਂ ਚਲੇ ਜਾਓਗੇ ਤਾਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਜੋਤ ਦੇ ਦਰਸ਼ਨ ਕਰਨੇ ਹੋਣਗੇ ਤਾਂ ਅਸੀਂ ਕਿਵੇਂ ਕਰਾਂਗੇ ਦਰਸ਼ਨ। ਤਾਂ ਇਹਨਾਂ ਦੇ ਮੂੰਹੋਂ ਇੱਕ ਲਾਸਟ ਵਰਡ ਨਿਕਲਿਆ ਸੀਗਾ ਬਾਬਾ ਬਕਾਲਾ। ਇਹਨਾਂ ਦੇ ਲਾਸਟ ਮੂੰਹੋਂ ਵਰਡ ਕੀ ਨਿਕਲਿਆ ਸੀ? ਬਾਬਾ ਬਕਾਲਾ। ਬਾਬਾ ਬਕਾਲਾ ਰਾਜੇ ਜਗ੍ਹਾ ਹੈਗੀ ਆ, ਉੱਥੇ ਹੁਣ ਚੱਕਰ ਪਊਗਾ ਅੱਗੇ ਜਾ ਕੇ, ਉਹ ਆਪਾਂ ਨੈਕਸਟ ਵੀਡੀਓ 'ਚ ਪੜਾਂਗੇ। ਬਾਬਾ ਬਕਾਲਾ ਤੋਂ ਬਾਅਦ ਇਹਨਾਂ ਨੇ ਹੋਰ ਕੋਈ ਵਰਡ ਨਹੀਂ ਬੋਲਿਆ। ਹੁਣ ਸੰਗਤਾਂ ਨੂੰ ਇਹ ਨਹੀਂ ਪਤਾ ਸੀ ਕਿ ਬਾਬਾ ਬਕਾਲਾ ਦੇ ਵਿੱਚ ਜਾ ਕੇ ਅਸੀਂ ਕਿਹਨੂੰ ਗੁਰੂ ਧਾਰੀਏ ਜਾਂ ਕਿਹਨੂੰ ਗੁਰੂ ਮੰਨੀਏ, ਹਨਾ। ਹੁਣ ਜਿਵੇਂ ਆਪਾਂ ਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਹਿਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਆਪਾਂ ਨੂੰ ਤਾਂ ਕਲੀਅਰ ਕਹਿ ਗਏ ਗੁਰੂ ਜੀ ਕਿ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਪਰ ਆਪਾਂ ਹਜੇ ਵੀ ਢੀਠ ਹੈਗੇ, ਆਪਾਂ ਹਜੇ ਵੀ ਬਾਬਿਆਂ ਪਿੱਛੇ ਲੱਗੇ ਫਿਰਦੇ ਆਂ, ਡੇਰਿਆਂ ਤੇ ਮੱਥਾ ਟੇਕਦੇ ਫਿਰਦੇ ਆਂ। ਪਰ ਇਹ ਆ ਵੀ ਚਲੋ ਆਪਾਂ ਨੂੰ ਹੁਕਮ ਹੋਇਆ ਗੁਰੂ ਜੀ ਦਾ, ਆਪਾਂ ਹੁਕਮ ਮੰਨਣਾ ਚਾਹੀਦਾ ਹੈ, ਕਿਉਂਕਿ ਹਰੇਕ ਪੁੱਤਰ ਨੂੰ ਆਪਣੇ ਪਿਓ ਦਾ ਹੁਕਮ ਮੰਨਣਾ ਚਾਹੀਦਾ ਹੈ ਮੇਰੇ ਹਿਸਾਬ ਨਾਲ। ਚਲੋ ਉਹ ਵੱਖਰੀ ਗੱਲ ਹੈ। ਹੁਣ ਅੱਗੇ ਜਾ ਕੇ ਆਪਾਂ ਪੜਾਂਗੇ ਵੀ ਬਾਬਾ ਬਕਾਲਾ ਦੇ ਵਿੱਚ ਜਾ ਕੇ ਕਿਵੇਂ ਗੁਰੂ ਤੇਗ ਬਹਾਦਰ ਜੀ ਨੂੰ ਮਿਲਦੇ ਆ। ਇੱਕ ਗੁਰੂ ਘਰ ਦੇ ਬਹੁਤ ਪਿਆਰੇ ਸਿੱਖ ਸੀਗੇ ਭਾਈ ਲੱਖੀ ਸ਼ਾਹ ਲੁਬਾਣਾ, ਮੱਖਣ ਸ਼ਾਹ ਲੁਬਾਣਾ, ਠੀਕ ਹੈ, ਭਾਈ ਮੱਖਣ ਸ਼ਾਹ ਲੁਬਾਣਾ। ਇਹ ਜਾ ਕੇ ਗੁਰੂ ਜੀ ਦੀ ਖੋਜ ਕਰਨਗੇ। ਇਹ ਕਿਵੇਂ ਕਰਨਗੇ ਉਹ ਕਹਾਣੀ ਆਪਾਂ ਅਗਲੀ ਵਾਰੀ ਪੜਾਂਗੇ। ਉਹਦੇ ਵਿੱਚ ਆਪਾਂ ਦੇਖਾਂਗੇ ਵੀ ਕਿਵੇਂ ਇਹ 22 ਭੇਖੀਆਂ ਦੇ ਵਿੱਚੋਂ ਗੁਰੂ ਜੀ ਦੀ ਕੀ ਕਰਦੇ ਆ, ਭਾਲ ਕਰਦੇ ਆ, ਪਰਖ ਕਰਦੇ ਆ। ਫਿਰ ਆਪਾਂ ਦੇਖਾਂਗੇ ਕਿ ਕਿਵੇਂ ਉਹ ਗੱਦੀ ਤੇ ਬੈਠਦੇ ਆ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹ ਆਪਾਂ ਨੈਕਸਟ ਵੀਡੀਓ 'ਚ ਦੇਖਾਂਗੇ। ਪਰ ਜਾਣ ਤੋਂ ਪਹਿਲਾਂ ਜਿਵੇਂ ਕਿ ਆਪਾਂ ਥਿਊਰੀ ਪੜ੍ਹੀ ਆ, ਨਾਲ ਦੀ ਨਾਲ ਆਪਾਂ ਨੂੰ ਰਿਵੀਜ਼ਨ ਕਰਨੀ ਵੀ ਜ਼ਰੂਰੀ ਹੈ। ਤਾਂ ਰਿਵੀਜ਼ਨ ਕਰਨ ਵਾਸਤੇ ਰਾਜੇ ਆਪਾਂ ਕਰਦੇ ਹਾਂ ਅੱਗੇ ਜਾ ਕੇ ਤੁਹਾਡਾ ਮੈਮਰੀ ਟੈਸਟ, ਉਹ ਵੀ ਬਹੁਤ ਜ਼ਰੂਰੀ ਹੈ। ਚਲੋ ਜੀ, ਤੁਹਾਡੇ ਸਾਹਮਣੇ ਸਕਰੀਨ ਤੇ ਕੁਐਸਚਨ ਪਿਆ ਜੀ ਤੁਹਾਡਾ, ਬਾਲਾ ਪ੍ਰੀਤਮ। ਮੈਂ ਹੁਣੇ ਤੁਹਾਨੂੰ ਪੜ੍ਹਾ ਕੇ ਹਟਿਆ। ਬਾਲਾ ਪ੍ਰੀਤਮ ਕਿਸ ਗੁਰੂ ਸਾਹਿਬ ਜੀ ਨੂੰ ਜਾਣਿਆ ਜਾਂਦਾ ਹੈ, ਹਨਾ। ਬਾਲਾ ਪ੍ਰੀਤਮ ਕਿਹਨੂੰ ਕਹਿੰਦੇ ਆ ਜੀ? ਗੁਰੂ ਹਰਕ੍ਰਿਸ਼ਨ ਜੀ ਨੂੰ ਕਹਿੰਦੇ ਆ, ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਆ, ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਆ, ਜਾਂ ਫਿਰ ਗੁਰੂ ਹਰਰਾਏ ਜੀ ਨੂੰ ਕਹਿੰਦੇ ਆ। ਤਾਂ ਬਹੁਤ ਸੌਖਾ ਕੁਐਸਚਨ ਆ, ਦੇਖੋ ਐਗਜ਼ਾਮ ਦੇ ਵਿੱਚ ਇਦਾਂ ਦੇ ਕੁਐਸਚਨ ਦੇਖਣ ਨੂੰ ਮਿਲਦੇ ਆ। ਤਾਂ ਰਾਈਟ ਆਨਸਰ ਹੈਗਾ ਜੀ ਤੁਹਾਡਾ ਗੁਰੂ ਹਰਕ੍ਰਿਸ਼ਨ ਜੀ। ਨੈਕਸਟ ਚੱਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਤੁਸੀਂ ਆਪਣਾ ਨਾਲ ਚੈੱਕ ਕਰਦੇ ਰਹਿਣਾ ਤੁਹਾਡੇ ਕਿੰਨੇ ਕੁਐਸਚਨ ਠੀਕ ਨੇ। ਅੱਗੇ ਤੁਹਾਨੂੰ ਮੈਂ ਪੜਾਇਆ ਸੀ ਕਿ ਲੋਹਗੜ੍ਹ ਦਾ ਕਿਲਾ ਕਿਸ ਗੁਰੂ ਸਾਹਿਬ ਜੀ ਦੁਆਰਾ ਬਣਾਇਆ ਗਿਆ? ਤਾਂ ਗੁਰੂ ਹਰਗੋਬਿੰਦ ਜੀ, ਗੁਰੂ ਹਰਕ੍ਰਿਸ਼ਨ ਜੀ, ਗੁਰੂ ਹਰਰਾਏ ਜੀ, ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਤੁਹਾਨੂੰ ਮੈਂ ਦੱਸਿਆ ਕਿ ਮੇਰੀ ਪ੍ਰੀਤ ਤਲਵਾਰ ਕਿਹਨੇ ਪਾਈ ਸੀ, ਅਕਾਲ ਤਖਤ ਸਾਹਿਬ ਕਿਹਨੇ ਬਣਵਾਇਆ ਸੀਗਾ? ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਵਾਇਆ ਸੀ, ਤੇ ਕਿਲਾ ਵੀ ਫਿਰ ਇਹਨਾਂ ਨੇ ਬਣਵਾਇਆ ਕਿਉਂਕਿ ਆਰਮੀ ਇਹਨਾਂ ਨੇ ਤਿਆਰ ਕੀਤੀ ਹੈ। ਠੀਕ ਹੈ ਜੀ, ਰਾਈਟ ਆਨਸਰ ਕੀ ਹੈ? ਗੁਰੂ ਹਰਗੋਬਿੰਦ ਸਾਹਿਬ ਜੀ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਬੇਟੇ। ਏੜ ਦਿੱਤੇ ਗੁਰੂ ਸਾਹਿਬਾਨ ਜੀ ਦੇ ਨਾਮਾਂ ਨੂੰ ਸਹੀ ਕ੍ਰਮਵਾਰ ਲਿਖੋ। ਦੇਖੋ ਐਗਜ਼ਾਮ ਦੇ ਵਿੱਚ ਮੋਸਟਲੀ ਆਪਾਂ ਨੂੰ ਪਹਿਲੇ 5 ਗੁਰੂ ਸਾਹਿਬ ਜੀ ਦੇ ਨਾਮ ਬਹੁਤ ਸੌਖੇ ਯਾਦ ਰਹਿੰਦੇ ਆ। ਜਿੱਥੇ ਕਨਫਿਊਜ਼ਨ ਹੁੰਦੀ ਹੈ ਬੰਦਿਆਂ ਨੂੰ ਹਰਗੋਬਿੰਦ ਜੀ ਤੇ ਗੁਰੂ ਹਰਰਾਏ ਦੇ ਵਿੱਚ ਹੁੰਦੀ ਹੈ। ਤਾਂ ਜਿਹੜਾ ਵੀ ਕੋਈ ਸਿੱਖ ਹੈ ਜਾਂ ਕੋਈ ਕਿਸੇ ਵੀ ਧਰਮ ਨਾਲ ਰਿਲੇਟਡ, ਆਪਾਂ ਗੁਰਦੁਆਰਾ ਸਾਹਿਬ ਸਾਰੇ ਜਾਂਦੇ ਆਪਾਂ ਅਰਦਾਸ ਸੁਣਦੇ ਹਾਂ, ਅਰਦਾਸ ਦੀ ਪਹਿਲੀਆਂ ਪੰਕਤੀਆਂ ਦੇ ਵਿੱਚ ਹਮੇਸ਼ਾ ਗੁਰੂ ਸਾਹਿਬਾਨ ਜੀ ਦੇ ਨਾਮ ਕ੍ਰਮਵਾਰੀ ਆਉਂਦੇ ਆ। ਚਲੋ ਹੁਣ ਅਰਦਾਸ ਦੇ ਤੌਰ ਤੇ ਮੈਂ ਇੱਕ ਵਾਰੀ ਥੋੜਾ ਜਿਹਾ ਖੜਾ ਹੋ ਕੇ ਬੋਲਦਾ, ਕਿਉਂਕਿ ਅਰਦਾਸ ਹਮੇਸ਼ਾ ਖੜੇ ਹੋ ਕੇ ਬੋਲਦੇ ਆ। ਦੇਖੋ ਸਟਾਰਟ ਕਿਵੇਂ ਹੁੰਦੀ ਹੈ? ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਹਨਾ। ਹੁਣ ਦੇਖੋ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਪਹਿਲੇ ਗੁਰੂ ਜੀ ਆ ਗਏ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸਿਆਂ ਹੋਏ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿਕ੍ਰਿਸ਼ਨ ਧਿਆਈਆ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਤਾਂ ਦੇਖੋ ਸਾਰੇ ਨਾਮ ਹੀ ਆ ਗਏ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਅਮਰਦਾਸ ਜੀ, ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਰਾਏ ਜੀ, ਗੁਰੂ ਹਰਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ। ਤਾਂ ਕੋਈ ਵੀ ਨਾਮ ਪੁੱਛ ਲੈਣ ਆਪਾਂ ਉਹਨੂੰ ਕ੍ਰਮਵਾਰ ਲਿਖ ਸਕਦੇ ਹਾਂ। ਹੁਣ ਆਪਾਂ ਇੱਥੇ ਗੱਲ ਕਰ ਲੈਂਦੇ ਹਾਂ। ਇੱਥੇ ਦੇਖੋ ਸਭ ਤੋਂ ਪਹਿਲੇ ਨਾਮ ਕਿਹੜੇ ਆਉਂਦੇ ਆ, ਅਗਰ ਆਪਾਂ ਦੇਖੀਏ ਤਾਂ ਸਭ ਤੋਂ ਪਹਿਲਾਂ ਕੀ ਆ ਜਾਂਦਾ ਜੀ? ਇਹ ਆ ਜਾਂਦਾ ਜੀ ਫਸਟ ਵਾਲਾ, ਤੇ ਇਹ ਆ ਗਿਆ ਸਭ ਤੋਂ ਨੰਬਰ 1 ਤੇ। ਨੰਬਰ 2 ਤੇ ਕਿਹੜਾ ਆਊਗਾ ਜੀ? ਤੁਸੀਂ ਆਪ ਦੇਖ ਰਹੇ ਹੋ, ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਵਾਲਾ ਆਊਗਾ। ਠੀਕ ਹੈ, ਦੇਖੋ ਕਿਹੜਾ ਆਊਗਾ ਜੀ? ਗੁਰੂ ਹਰਗੋਬਿੰਦ ਸਾਹਿਬ ਜੀ ਵਾਲਾ ਆਊਗਾ। ਠੀਕ ਹੈ, ਤਾਂ ਇਹ ਆ ਗਿਆ ਜੀ ਸੈਕੰਡ ਨੰਬਰ ਤੇ। ਥਰਡ ਨੰਬਰ ਤੇ ਕਿਹੜਾ ਆਜੂਗਾ ਜੀ? ਗੁਰੂ ਹਰਰਾਏ ਜੀ ਵਾਲਾ ਆਜੂਗਾ। ਤੇ ਚੌਥੇ ਨੰਬਰ ਤੇ ਕੀ ਆਜੂਗਾ? ਗੁਰੂ ਹਰਕ੍ਰਿਸ਼ਨ ਜੀ ਵਾਲਾ ਆਜੂਗਾ। ਤਾਂ ਆਨਸਰ ਆਪਣਾ ਕੀ ਬਣੂਗਾ? ਤਾਂ ਆਨਸਰ ਬਣ ਜੂਗਾ ਜੀ ਪਹਿਲਾਂ ਫਸਟ ਆਪਸ਼ਨ। ਫਸਟ ਤੋਂ ਬਾਅਦ ਕਿਹੜਾ ਆ ਗਿਆ ਜੀ ਆਪਣੇ ਕੋਲੇ? ਫੋਰਥ। ਫੋਰਥ ਤੋਂ ਬਾਅਦ ਕੀ ਆ ਗਿਆ ਜੀ ਆਪਣੇ ਕੋਲੇ? ਫੋਰਥ ਤੋਂ ਬਾਅਦ ਕੀ ਆ ਗਿਆ ਆਪਣੇ ਕੋਲੇ? ਥਰਡ। ਥਰਡ ਤੋਂ ਬਾਅਦ ਕੀ ਆ ਗਿਆ? ਸੈਕੰਡ। ਤਾਂ ਡੀ ਆਨਸਰ ਬਣ ਗਿਆ ਆਪਣਾ। ਠੀਕ ਹੈ, ਇਦਾਂ ਤੁਸੀਂ ਆਨਸਰ ਬਣਾ ਸਕਦੇ ਹੋ ਸੌਖੇ ਢੰਗ ਦੇ ਨਾਲ। ਨੈਕਸਟ ਚੱਲਦੇ ਹਾਂ ਜੀ। ਹੇਠ ਲਿਖੇ ਸਿੱਖ ਗੁਰੂਆਂ ਵਿੱਚੋਂ ਕਿਸਨੇ ਅੰਮ੍ਰਿਤਸਰ ਦੀ ਨੀਂਹ ਰੱਖੀ? ਤਾਂ ਬਹੁਤ ਸੌਖਾ ਹੈ, ਕਨਫਿਊਜ਼ ਨਹੀਂ ਹੋਣਾ। ਅਕਾਲ ਤਖਤ ਸਾਹਿਬ ਵੀ ਅੰਮ੍ਰਿਤਸਰ ਹੈ, ਲੇਕਿਨ ਅਕਾਲ ਤਖਤ ਦੇ ਬਾਰੇ ਅਲੱਗ ਕੁਐਸਚਨ ਪੁੱਛਿਆ ਜਾਊਗਾ।
ਤਾਂ ਇਸ ਦਾ ਆਂਸਰ ਦੱਸਣਾ, ਅੰਮ੍ਰਿਤਸਰ ਦੀ ਨੀਂਹ ਕਿਹਨੇ ਰੱਖੀ? ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਜਾਂ ਫਿਰ ਗੁਰੂ ਹਰਗੋਬਿੰਦ ਜੀ। ਤਾਂ ਅੰਮ੍ਰਿਤਸਰ ਦੀ ਨੀਂਹ ਰੱਖੀ ਸੀ ਗੁਰੂ ਰਾਮਦਾਸ ਤੋਂ। ਮੈਂ ਪੜ੍ਹਾ ਕੇ ਆਇਆ ਰਾਮਦਾਸਪੁਰ ਚੱਕ, ਗੁਰੂ ਕਾ ਚੱਕ, ਠੀਕ ਆ, ਪੜ੍ਹਾਇਆ ਹੋਇਆ ਨਾ, ਤਾਂ ਗੁਰੂ ਰਾਮਦਾਸ ਜੀ ਨੇ ਰੱਖੀ ਸੀਗੀ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਆ ਬੇਟੇ ਆਪਾਂ। ਸਿੱਖ ਇਤਿਹਾਸ ਦੇ ਵਿੱਚ ਜਹਾਂਗੀਰ ਦੇ ਰਾਜ ਦੇ ਵਿੱਚ ਪਹਿਲੀ ਸ਼ਹਾਦਤ ਕਿਸ ਗੁਰੂ ਸਾਹਿਬ ਜੀ ਦੀ ਹੋਈ? ਤਾਂ ਬਹੁਤ ਸੌਖਾ ਕੁਐਸਚਨ ਹੈ ਰਾਜੇ, ਤੁਹਾਨੂੰ ਦੱਸਿਆ ਸ਼ਹੀਦਾਂ ਦੇ ਸਰਤਾਜ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ। ਤਾਂ ਰਾਈਟ ਆਂਸਰ ਕੀ ਆ ਜਾਊਗਾ? ਗੁਰੂ ਅਰਜਨ ਦੇਵ ਜੀ ਆ ਜਾਊਗਾ। ਨੈਕਸਟ ਚੱਲਦੇ ਆ ਬੇਟੇ ਆਪਾਂ। ਅਕਾਲ ਤਖਤ ਸਾਹਿਬ ਦਾ ਨਿਰਮਾਣ ਕਿਸ ਗੁਰੂ ਸਾਹਿਬ ਜੀ ਦੁਆਰਾ ਕਰਵਾਇਆ ਗਿਆ? ਤਾਂ ਤੁਹਾਨੂੰ ਮੈਂ ਪੜ੍ਹਾ ਕੇ ਆਇਆ ਅਕਾਲ ਤਖਤ ਦਾ ਨਿਰਮਾਣ ਕਿਹਨੇ ਕਰਾਇਆ ਰਾਜੇ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਾਇਆ, 6ਵੇਂ ਪਾਤਸ਼ਾਹ। ਠੀਕ ਹੈ, ਠੀਕ ਹੈ। ਪੰਜ ਪਿਆਲੇ ਪੰਜ ਪੀਰ ਛਠਮ ਗੁਰੂ ਬੈਠਾ, ਹੈਨਾ, ਉਹ ਪੰਕਤੀ ਆਪਾਂ ਸਾਰਿਆਂ ਨੇ ਸੁਣੀ ਹੋਈ ਆ। ਵੈਸੇ ਚਲੋ ਯਾਦ ਰੱਖ ਲਿਓ, ਵੈਸੇ ਤੁਹਾਨੂੰ ਮੈਂ ਅਰਦਾਸ ਵੀ ਦੱਸਦੀ ਹੈ। ਅੱਗੇ ਆ ਗਿਆ ਜੀ, ਗੁਰਮੁਖੀ ਪੰਜਾਬੀ ਦਾ ਲਿਖਤੀ ਰੂਪ ਲਿਪੀ ਦੀ ਖੋਜ ਕਿਸਨੇ ਕੀਤੀ ਤੇ ਇਸ ਤੋਂ ਸਿੱਖ ਜਗਤ ਨੂੰ ਜਾਣੂ ਕਰਵਾਇਆ? ਤਾਂ ਨਵਾਂ ਇਹ ਰੂਪ ਦਿੱਤਾ ਜੀ ਆਪਣੇ ਸੈਕੰਡ ਗੁਰੂ ਗੁਰੂ ਅੰਗਦ ਦੇਵ ਜੀ ਨੇ। ਤਾਂ ਯਾਦ ਰੱਖਣਾ ਹੈ, ਠੀਕ ਹੈ ਜੀ। ਇਦਾਂ ਦੇ ਕੁਐਸਚਨ ਆਉਣਗੇ ਤੁਹਾਨੂੰ। ਤੇ ਨੈਕਸਟ ਦੇਖਦੇ ਹਾਂ ਜੀ ਆਪਾਂ, ਕਿਸ ਗੁਰੂ ਸਾਹਿਬ ਜੀ ਦਾ ਜਨਮ ਅਤੇ ਜੋਤੀ ਜੋਤ ਸਥਾਨ ਇੱਕੋ ਹੀ ਹੈ? ਬਹੁਤ ਸੌਖਾ ਕੁਐਸਚਨ ਹੈ, ਆਈ ਹੋਪ ਤੁਸੀਂ ਇਹਦਾ ਆਨਸਰ ਕਰ ਸਕਦੇ ਹੋ। ਬਹੁਤ ਸੌਖਾ ਕੁਐਸਚਨ ਹੈ। ਤਾਂ ਰਾਈਟ ਆਨਸਰ ਕੀ ਹੈ ਜੀ? ਗੁਰੂ ਹਰਿਰਾਏ ਜੀ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਰਾਜੇ, ਇਹ ਵਾਰ-ਵਾਰ ਪੇਪਰਾਂ 'ਚ ਪੁੱਛਿਆ ਜਾਂਦਾ, ਤੁਹਾਨੂੰ ਦੇਖਣ ਨੂੰ ਮਿਲੂਗਾ। ਤੇ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਪਸੰਦ ਆਈ ਹੋਊਗੀ। ਇੱਕ ਨਵੇਂ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਤੁਹਾਡਾ ਇੰਟਰਸਟ ਬਣਦਾ ਰਹੇ। ਬਾਕੀ ਤਹਿ ਦਿਲ ਤੋਂ ਧੰਨਵਾਦ ਜਿਹੜੇ ਬੱਚੇ ਸਪੋਰਟ ਕਰ ਰਹੇ ਨੇ। ਦੇਖੋ ਤੁਹਾਡਾ ਜਿਹੜਾ ਇੱਕ ਪੋਜ਼ਿਟਿਵ ਟਿਚ ਹੈ, ਦੇਖੋ ਕਮੈਂਟ ਖੁੱਲੇ ਨੇ ਬੇਟੇ, ਇੱਥੇ ਆਪਾਂ ਨੂੰ ਆਜ਼ਾਦੀ ਹੈ ਚੰਗਾ ਕਹਿਣ ਦੀ, ਮਾੜਾ ਕਹਿਣ ਦੀ, ਠੀਕ ਹੈ। ਜੇ ਕੋਈ ਕਮੀ ਹੈ ਤੁਸੀਂ ਦੱਸ ਕੇ ਜਾਓ, ਤਾਂ ਹੀ ਆਪਾਂ ਸੁਧਾਰਾਂਗੇ। ਬਟ ਜੇ ਤੁਸੀਂ ਕੋਈ ਪੋਜ਼ਿਟਿਵ ਕਮੈਂਟ ਕਰਦੇ ਹੋ ਤਾਂ ਇੱਕ ਬੂਸਟ ਅਪ, ਇੱਕ એનર્ਜੀ ਮਿਲਦੀ ਹੈ ਟੀਚਰ ਨੂੰ ਵੀ, ਮਿਹਨਤ ਕਰਨ ਨੂੰ ਦਿਲ ਕਰਦਾ ਹੈ। ਇਹ ਮਿਹਨਤ ਤਾਂ ਹੀ ਹੋਊਗੀ ਜੇ ਤੁਹਾਡਾ ਸਾਥ ਹੋਊਗਾ। ਤਾਂ ਤੁਸੀਂ ਬਹੁਤ ਜ਼ਿਆਦਾ ਸਾਥ ਦੇ ਰਹੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਮੇਰੇ ਤੇ ਇੰਨਾ ਟਰਸਟ ਕਰਦੇ ਹੋ, ਔਰ ਆਈ ਹੋਪ ਜੋ ਤੁਹਾਨੂੰ ਮੈਂ ਕਰਵਾ ਰਿਹਾ ਤੁਹਾਨੂੰ ਡੈਫੀਨੇਟਲੀ ਐਗਜ਼ਾਮ ਤੇ ਦੇਖਣ ਨੂੰ ਮਿਲੂਗਾ। ਔਰ ਅੱਜ ਤੱਕ ਇਦਾਂ ਹੀ ਹੁੰਦਾ ਆਇਆ ਹੈ, ਮਹਾਰਾਜ ਦੀ ਕਿਰਪਾ ਸਦਕਾ ਤੇ ਆਪਣੀ ਮਿਹਨਤ ਸਦਕਾ ਆਪਾਂ ਕੀ ਕਰਦੇ ਹਾਂ, ਜੋ ਵੀ ਕਰਵਾਇਆ ਅੱਜ ਤੱਕ ਐਗਜ਼ਾਮ ਚ ਆਇਆ ਤੇ ਅੱਗੇ ਵੀ ਆਉਂਦਾ ਰਹੂਗਾ। ਮਹਾਰਾਜ ਕਿਰਪਾ ਕਰਨ, ਤੁਹਾਨੂੰ ਨੌਕਰੀਆਂ ਬਖਸ਼ਣ, ਲੰਮੀਆਂ ਉਮਰਾਂ ਬਖਸ਼ਣ, ਸਰਬਤ ਦਾ ਭਲਾ ਬਾਬਾ ਮਿਹਰ ਕਰੇ।